ਇਹ ਕਹਾਣੀ ਨਾ ਮੈਨੂੰ ਲੱਗਦਾ ਕਿ ਪੈਸੇ ਦੇ ਮਨੋਵਿਗਿਆਨ ਦੇ ਨਾਲ ਸੰਬੰਧਿਤ ਲੱਗਦੀ ਹੈ ਮੈਨੂੰ। ਪੈਸਾ ਆਪਣੇ ਤੇ ਕੀ ਅਸਰ ਪਾਉਂਦਾ ਨਾ, ਜਾਂ ਪੈਸਾ ਆਪਾਂ ਨੂੰ ਕਿਹੋ ਜਿਹਾ ਮਾਹੌਲ ਦਿੰਦਾ। ਮੈਨੂੰ ਲੱਗਦਾ ਕਿ ਪਾਕਟ ਮਨੀ ਪਰਿਵਾਰ ਦੇ ਹਰੇਕ ਬੰਦੇ ਨੂੰ ਮਿਲਣੀ ਚਾਹੀਦੀ ਆ। ਬਿਲਕੁਲ ਮਾਂ ਪਿਓ ਨੂੰ ਵੀ ਮਿਲਣੀ ਚਾਹੀਦੀ ਆ, ਬੱਚਿਆਂ ਨੂੰ ਵੀ ਮਿਲਣੀ ਚਾਹੀਦੀ ਆ। ਤੁਹਾਡੀ ਜੇ ਤੁਸੀਂ ਕਮਾ ਰਹੇ ਹੋ, ਤੁਸੀਂ ਮਤਲਬ ਹਸਬੈਂਡ ਨੂੰ, ਤੁਹਾਡੀ ਵਾਈਫ ਨੂੰ ਵੀ ਮਿਲਣੀ ਚਾਹੀਦੀ ਆ। ਜਿਹੜੀਆਂ ਜਨਾਨੀਆਂ ਨੂੰ ਉਧਰ ਪੱਕੇ ਹੋਣ ਲਈ ਲੋਕ ਵਰਤਦੇ ਨੇ, ਚਾਹੇ ਕਈ ਵਾਰੀ ਉਹ ਕੰਟਰੈਕਟ ਵੀ ਹੁੰਦੇ ਨੇ ਪੈਸਿਆਂ ਦਾ ਲੈਣ ਦੇਣ ਕਰਕੇ ਵੀ ਹੁੰਦਾ, ਪਰ ਉਹਨਾਂ ਦੀ ਤਾਂ ਅਸੀਂ ਮਾਨਸਿਕਤਾ ਨੂੰ ਕਦੀ ਨਹੀਂ ਪੜ੍ਹਦੇ ਹਨਾ ਕਿ ਉਹਨਾਂ ਤੇ ਕੀ ਬੀਤਦੀ ਹੋਊਗੀ। ਉਹਦਾ ਤਾਂ ਸਿੱਧਾ ਜਿਹਾ ਹਿਸਾਬ ਆ ਵੀ ਉਹਨੇ ਉਹਦੀ ਘਰ ਵਾਲੀ ਨਾਲ ਵਿਆਹ ਤਾਂ ਕਰਵਾਉਣਾ ਹੀ ਹੁੰਦਾ, ਜਿਹੜਾ ਤੀਜਾ ਬੰਦਾ ਹੁੰਦਾ। ਤਾਂ ਫਿਰ ਉਹ ਖੇਤ ਬੈਠਦੀ ਹੈ ਜਦੋਂ ਬਸ। ਮੈਨੂੰ ਤਾਂ ਉਹ ਕਹਾਣੀ ਮਤਲਬ ਮੈਂ ਸੱਚੀ ਵਿੱਚ ਬਹੁਤ ਉਹ ਐਂਡ ਨਾ ਮੇਰੇ ਦਿਮਾਗ 'ਚ ਤੁਰੇ ਫਿਰਦਾ ਨਾ, ਜਦੋਂ ਉਹ ਕਹਿੰਦੇ ਆ ਵੀ ਇਹਦੀ ਜੋ ਕਿੰਨੀ ਕੁ ਸ਼ਰਾਬ ਨਿਕਲੂਗੀ ਕਮਾਦ ਦੇ ਵਿੱਚੋਂ, ਤਾਂ ਉਹ ਕਹਿੰਦੇ ਵੀ ਬਹੁਤ ਸ਼ਰਾਬ ਨਿਕਲੂਗੀ, ਆਪਾਂ ਕਿੰਨੇ ਸਾਲ ਪੀ ਸਕਦੇ ਹਾਂ ਨਾ। ਤੇ ਉਹ ਪੁੱਛਦੇ ਜ਼ਮੀਨ ਦੀ ਕੀਮਤ ਕਿੰਨੀ ਹੈ, ਤੇ ਉਹਦੀ ਘਰ ਵਾਲੀ ਕਹਿੰਦੀ ਹੈ ਵੀ ਇੱਕ ਸਾਈਨ, ਤੇ ਉਹ ਸਾਈਨ ਕਰ ਦਿੰਦੀ ਹੈ ਨਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ ਪ੍ਰੋਗਰਾਮ ਕਿਤਾਬਨਾਮਾ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਗੁਲਜ਼ਾਰ ਸੰਧੂ ਹੁਣਾਂ ਦੀਆਂ ਕਹਾਣੀਆਂ 'ਤੇ ਗੱਲਬਾਤ ਕਰਾਂਗੇ। ਗੁਲਜ਼ਾਰ ਸਿੰਘ ਸੰਧੂ ਇਸ ਵਕਤ ਚੰਡੀਗੜ੍ਹ ਰਹਿੰਦੇ ਨੇ ਅਤੇ ਪਹਿਲਾਂ ਵੀ ਦਸਤਕ 'ਚ ਉਹਨਾਂ ਨਾਲ 2-3 ਮੁਲਾਕਾਤਾਂ ਹੋ ਚੁੱਕੀਆਂ ਨੇ। ਉਹਨਾਂ ਦਾ ਇੱਕ ਕਾਲਮ ਆ ਅਜੀਤ ਨਿਊਜ਼ਪੇਪਰ 'ਤੇ, ਤੁਸੀਂ ਪੜ੍ਹ ਸਕਦੇ ਹੋ, ਨਿੱਕ ਸੁੱਕ। ਬਹੁਤ ਲੰਮੇ ਸਮੇਂ ਤੋਂ ਲਿਖਦੇ ਨੇ ਅਤੇ ਕਹਾਣੀਆਂ, ਨਾਵਲ ਉਹਨਾਂ ਨੇ ਲਿਖੇ ਹੋਏ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਟ੍ਰਿਬਿਊਨ ਅਖਬਾਰ ਹੈ ਜਿਹੜਾ, ਉਹਦੇ ਸੰਪਾਦਕ ਵੀ ਰਹੇ ਨੇ। ਪੰਜਾਬੀ ਯੂਨੀਵਰਸਿਟੀ 'ਚ ਉਹ ਜਰਨਲਿਜ਼ਮ ਡਿਪਾਰਟਮੈਂਟ 'ਚ ਪੜ੍ਹਾਉਂਦੇ ਰਹੇ ਨੇ ਅਤੇ ਇਸ ਵਕਤ ਉਹ ਆਪਣੇ ਧਰਮ ਪਤਨੀ ਸੁਰਜੀਤ ਹੁਣਾਂ ਨਾਲ ਇੱਥੇ ਚੰਡੀਗੜ੍ਹ ਰਹਿੰਦੇ ਨੇ। ਬਹੁਤ ਮਿਲਣਸਾਰ ਨੇ। ਜਦੋਂ ਵੀ ਤੁਸੀਂ ਉਹਨਾਂ ਦੇ ਘਰੇ ਜਾਂਦੇ ਹੋ ਤਾਂ ਕਦੇ ਵੀ ਉਹ ਤੁਹਾਨੂੰ ਖਾਣਾ ਖਵਾਏ ਬਿਨਾਂ ਆਪਣੇ ਘਰੋਂ ਵਾਪਸ ਨਹੀਂ ਆਉਣ ਦਿੰਦੇ। ਉਹਨਾਂ ਦੀ ਪ੍ਰਾਹੁਣਾਚਾਰੀ ਹੈ ਜਿਹੜੀ ਬੜੀ ਜ਼ਿਆਦਾ ਮਸ਼ਹੂਰ ਹੈ। ਉਹ ਵੱਖਰੇ ਵੱਖਰੇ ਲੇਖਾਂ 'ਚ ਲਿਖਦੇ ਵੀ ਰਹਿੰਦੇ ਹੁੰਦੇ ਨੇ ਵੀ ਕਿਵੇਂ ਸ਼ਿਵ ਕੁਮਾਰ ਬਟਾਲਵੀ ਹੁਣੀ ਜਾਂ ਕੁਲਵੰਤ ਵਿਰਕ ਹੁਣੀ ਉਹਨਾਂ ਦੇ ਘਰੇ ਲੰਮਾ ਲੰਮਾ ਸਮਾਂ ਆ ਕੇ ਰਹਿੰਦੇ ਹੁੰਦੇ ਸੀ, ਕਿਉਂਕਿ ਉਹਨਾਂ ਦੇ ਵਾਈਫ ਨੇ ਜਿਹੜੇ ਸੁਰਜੀਤ ਕੌਰ, ਉਹ ਦਿੱਲੀ ਨੌਕਰੀ ਕਰਦੇ ਸੀ ਅਤੇ ਗੁਲਜ਼ਾਰ ਸੰਧੂ ਸਰ ਦੇ ਜਿੰਨੇ ਵੀ ਦੋਸਤ ਸੀ ਅਕਸਰ ਹੀ ਦਿੱਲੀ ਜਾ ਕੇ ਉਹਨਾਂ ਕੋਲ ਰਿਹਾ ਕਰਦੇ ਸੀ। ਅਤੇ ਅੱਜ ਅਸੀਂ ਉਹਨਾਂ ਦੀਆਂ 2 ਕਹਾਣੀਆਂ 'ਤੇ ਗੱਲਬਾਤ ਕਰਾਂਗੇ। ਪਹਿਲੀ ਕਹਾਣੀ ਆ ਪੈਨਸ਼ਨ ਅਤੇ ਦੂਜੀ ਕਹਾਣੀ ਆ ਸ਼ਰਾਬਣ। ਉਹ ਜਰਮਨੀ ਦੇ ਕਲਚਰ ਦੇ ਉੱਤੇ ਬਹੁਤ ਲਿਖਦੇ ਨੇ, ਕਿਉਂਕਿ ਉਹਨਾਂ ਦੇ ਇੱਕ ਮਾਮਾ ਜੀ ਸੀ ਜਿਹੜੇ ਜਰਮਨ ਰਹਿੰਦੇ ਸੀ ਅਤੇ ਉਹਨਾਂ ਨੇ ਜਰਮਨ ਦੀ ਇੱਕ ਔਰਤ ਨਾਲ ਵਿਆਹ ਕਰਾਇਆ ਹੋਇਆ ਸੀਗਾ। ਇਸ ਲਈ ਉਹ ਜਰਮਨ ਦੇ ਕਲਚਰ ਨੂੰ ਬਹੁਤ ਨੇੜਿਓਂ ਜਾਣਦੇ ਨੇ। ਉਹਨਾਂ ਨੇ ਆਪਣੇ ਮਾਮਾ ਜੀ ਤੋਂ ਬਹੁਤ ਕੁਝ ਉੱਥੋਂ ਬਾਰੇ ਸੁਣਿਆ ਹੋਇਆ ਸੀਗਾ। ਉਹਨਾਂ ਦੀ ਇੱਕ ਕਿਤਾਬ ਹੈ ਗੋਰੀ ਹਿਰਨੀ, ਜਿਹੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਜਰਮਨ ਦੀ ਇੱਕ ਔਰਤ 'ਤੇ ਉਹ ਨਾਵਲ ਹੈ। ਅਤੇ ਅੱਜ ਉਹਨਾਂ ਦੀਆਂ ਕਹਾਣੀਆਂ ਪੈਨਸ਼ਨ ਅਤੇ ਸ਼ਰਾਬਣ 'ਤੇ ਆਪਾਂ ਗੱਲਬਾਤ ਕਰ ਰਹੇ ਹਾਂ ਅਤੇ ਆਪਾਂ ਬਲਦੇਵ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਬਲਦੇਵ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਵਧੀਆ ਵਧੀਆ ਰੁਪਿੰਦਰ, ਠੀਕ ਠਾਕ। ਤੁਸੀਂ ਕਦੀ ਮਿਲੇ ਹੋ ਗੁਲਜ਼ਾਰ ਸੰਧੂ ਸਰ ਨੂੰ? ਨਹੀਂ, ਮੈਂ ਨਹੀਂ ਮਿਲਿਆ ਉਹਨੂੰ। ਅੱਛਾ। ਮੈਂ ਪੰਜਾਬੀ ਦੇ ਬਹੁਤ ਘੱਟ ਲੇਖਕਾਂ ਨੂੰ ਮਿਲਿਆ। ਪਰ ਉਹ ਬਹੁਤ ਜ਼ਿਆਦਾ ਚੰਗੇ ਨੇ। ਅਤੇ ਮੈਂ ਇੱਕ ਗੱਲ ਜਿਹੜੀ ਉਹਨਾਂ ਬਾਰੇ ਸਾਰਿਆਂ ਨੂੰ ਦੱਸ ਦਿੰਦੀ ਹਾਂ, ਜਦੋਂ ਵੀ ਮੈਨੂੰ ਕੋਈ ਮਿਲੇ, ਮੈਨੂੰ ਲੱਗਦਾ ਹੁੰਦਾ ਕਿ ਉਹ 90 ਸਾਲ ਦੇ ਕਰੀਬ ਨੇ ਅਤੇ ਅੱਜ ਵੀ ਖੁਦ ਕਾਰ ਡਰਾਈਵ ਕਰਦੇ ਆ। ਅਤੇ ਜਦੋਂ ਕਹਿੰਦੇ ਮੈਂ ਹਿਮਾਚਲ ਜਾਂਦਾ ਉਦੋਂ ਵੀ ਮੈਂ ਕਾਰ ਖੁਦ ਡਰਾਈਵ ਕਰਦਾ। ਹਾਂ, ਮੈਂ ਦੇਖੀ ਸੀ ਤੁਹਾਡੀ, ਤੁਸੀਂ ਇੰਟਰਵਿਊ ਕੀਤੀ ਸੀਗੀ, ਉਹਦੇ 'ਚ ਵੀ ਕਹਿੰਦੇ ਸੀ ਉਹ ਨਾ ਖੁਦ ਡਰਾਈਵ ਕਰਦੇ ਨੇ ਆਪ। ਹਾਂ, ਬੜੇ ਜਿੰਦਾ ਦਿਲ ਜੇ ਨੇ। ਅਤੇ ਜਿਵੇਂ ਆਪਾਂ ਨੂੰ ਭਰਮ ਹੁੰਦਾ ਨਾ ਕਿ ਲੇਖਕਾਂ ਨੇ ਬਹੁਤ ਜ਼ਿਆਦਾ ਸਾਹਿਤ ਪੜ੍ਹਿਆ ਹੁੰਦਾ, ਜਾਂ ਉਹੀ ਬੰਦਾ ਲਿਖ ਸਕਦਾ ਜਿਹੜਾ ਬਹੁਤ ਪੜ੍ਹਦਾ। ਆਪਣੇ ਇੱਕ ਮਤਲਬ ਲੇਖਕ ਦੀ ਕੁਆਲੀਫਿਕੇਸ਼ਨ ਆ ਨਾ ਕਿ ਉਹਨੂੰ ਪੜ੍ਹਿਆ ਹੋਣਾ ਚਾਹੀਦਾ ਬਹੁਤ। ਪਰ ਗੁਲਜ਼ਾਰ ਸੰਧੂ ਸਰ ਕਹਿੰਦੇ ਮੈਂ ਜ਼ਿੰਦਗੀ 'ਚ ਅੱਜ ਤੱਕ 2 ਕਿਤਾਬਾਂ ਤੋਂ ਵੱਧ ਕਿਤਾਬਾਂ ਨਹੀਂ ਪੜ੍ਹੀਆਂ। ਕਹਿੰਦੇ ਮੈਂ ਕੋਈ ਕਿਤਾਬ ਨਹੀਂ ਪੜ੍ਹਦਾ ਹੈਗਾ ਕਿਸੇ ਦੀ। ਹਾਂ, ਬਹੁਤ ਨੇ ਇੱਦਾਂ ਦੇ ਜਿਹੜੇ ਨਹੀਂ ਪੜ੍ਹਦੇ। ਜਿਵੇਂ ਦਿਦਾਰ ਸੰਧੂ ਬਾਰੇ ਵੀ ਇਹੀ ਗੱਲ ਹੁੰਦੀ ਕਿ ਦਿਦਾਰ ਸੰਧੂ ਜੀ ਨੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਸੀ, ਪਰ ਉਹ ਕਹਿੰਦੇ ਮੈਂ ਕਦੇ ਵੀ ਨਹੀਂ ਪੜ੍ਹਿਆ, ਕੁਛ ਵੀ ਨਹੀਂ ਪੜ੍ਹਿਆ ਸੀਗਾ ਨਾ। ਅਤੇ ਮੈਂ ਵੀ ਕਦੇ ਕਦੇ ਰੁਪਿੰਦਰ ਸੋਚਦਾ ਹੁੰਦਾ ਵੀ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਪਹਿਲੀ ਕਿਤਾਬ ਲਿਖੀ ਹੋਊਗੀ, ਜਿਹਨੇ ਪਹਿਲਾ ਨਾਵਲ ਲਿਖਿਆ ਹੋਊਗਾ, ਉਹਨੇ ਕਿੱਥੋਂ ਪੜ੍ਹਿਆ ਹੋਊਗਾ। ਅਤੇ ਹਾਂ, ਇੰਨਾ ਕੁ ਜ਼ਰੂਰ ਆ ਵੀ ਹਰ ਇੱਕ ਤਰ੍ਹਾਂ ਦੀ ਮਤਲਬ ਕਹਿੰਦੇ ਅਲੱਗ ਅਲੱਗ ਤਰ੍ਹਾਂ ਦੀਆਂ ਪਰਸਨੈਲਿਟੀਆਂ ਹੁੰਦੀਆਂ ਬੰਦਿਆਂ ਦੀਆਂ ਨਾ। ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਦਰਤ ਲੇਖਕ ਬਣਾ ਕੇ ਭੇਜਦੀ ਹੈ, ਉਹ ਜੰਮਦੇ ਹੀ ਲੇਖਕ ਹੁੰਦੇ ਨੇ ਨਾ। ਕਈ ਉਹ ਹੁੰਦੇ ਨੇ ਜਿਹੜੇ ਇਸ ਮਾਹੌਲ 'ਚ ਪੈ ਜਾਂਦੇ ਨੇ, ਪੜ੍ਹਨ ਲੱਗ ਪੈਂਦੇ ਨੇ ਜਾਂ ਸੰਗਤ ਕਰਨ ਲੱਗ ਪੈਂਦੇ ਲੇਖਕਾਂ ਦੀ, ਤਾਂ ਉਹ ਹੌਲੀ ਹੌਲੀ ਆਪਣੇ ਆਪ ਨੂੰ ਤਰਾਸ਼ ਕੇ ਲੇਖਕ ਬਣ ਜਾਂਦੇ ਨੇ ਨਾ। ਉਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ, ਹਾਂ ਪੜ੍ਹਨਾ ਚਾਹੀਦਾ, ਪਰ ਜੇ ਤੁਸੀਂ ਨਹੀਂ ਵੀ ਪੜ੍ਹੋਗੇ ਤਾਂ ਸਿਆਣਪ ਤੁਹਾਡੇ 'ਚ ਕਈ ਵਾਰੀ ਵੈਸੇ ਵੀ ਆ ਜਾਂਦੀ ਹੁੰਦੀ ਆ। ਕਿਉਂਕਿ ਮੈਨੂੰ ਲੱਗਦਾ ਜਿਹੜਾ ਆਪਣੀਆਂ ਗੱਲਾਂ ਹੋਰ ਹੀ ਚੱਲ ਪਈਆਂ ਕਹਾਣੀਆਂ ਦੇ ਪਾਸੇ, ਵੀ ਮੈਨੂੰ ਲੱਗਦਾ ਜਿਹੜੀ ਲਿਖਤਾਂ ਹੁੰਦੀਆਂ ਨੇ, ਕਈ ਵਾਰੀ ਉਹ ਲਿਖਤਾਂ ਜਾਣਕਾਰੀ ਨਹੀਂ ਹੁੰਦੀ, ਉਹ ਗਿਆਨ ਹੁੰਦਾ। ਮਤਲਬ ਮੈਂ ਜਾਣਕਾਰੀ ਅਤੇ ਗਿਆਨ ਨੂੰ ਬਹੁਤ ਅਲੱਗ ਅਲੱਗ ਦੇਖਦਾ ਦੋਵਾਂ ਚੀਜ਼ਾਂ ਨੂੰ। ਵੀ ਜੇ ਤੁਹਾਨੂੰ ਗਿਆਨ ਹੋ ਗਿਆ ਤਾਂ ਤੁਸੀਂ ਜਾਣਕਾਰੀ ਦੀਆਂ ਗੱਲਾਂ ਕਰ ਸਕਦੇ ਹੋ। ਮੈਨੂੰ ਵੀ ਇਹੀ ਚੀਜ਼ ਲੱਗ ਜਾਂਦੀ ਹੈ। ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਨੂੰ ਪੜ੍ਹੋ ਨਾ। ਜਦੋਂ ਤੁਸੀਂ ਕਿਸੇ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ ਨਾ, ਜੇ ਮਤਲਬ ਤੁਹਾਨੂੰ ਲੱਗਦਾ ਕਿ ਤੁਹਾਨੂੰ ਲਿਖਣ ਦਾ ਵੱਲ ਹੈਗਾ,
ਜਦੋਂ ਤੁਸੀਂ ਕਿਸੇ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ ਫਿਰ ਤੁਹਾਨੂੰ ਐਂ ਲੱਗਣ ਲੱਗ ਜਾਂਦਾ ਵੀ ਮੈਂ ਇਹਨਾਂ ਦੇ ਬਰਾਬਰ ਕਦੀ ਲਿਖ ਹੀ ਨਹੀਂ ਸਕਦਾ ਜ਼ਿੰਦਗੀ 'ਚ। ਜੇ ਜਿੰਨਾ ਕੁ ਕੁਛ ਤੁਹਾਨੂੰ ਔੜਦਾ ਵੀ ਹੁੰਦਾ ਫਿਰ ਤੁਸੀਂ ਉਹਨੂੰ ਵੀ ਨਹੀਂ ਲਿਖਦੇ ਹੈਗੇ। ਨਹੀਂ ਰੁਪਿੰਦਰ, ਇਹਦੇ 'ਚ ਇਹ ਚੀਜ਼ਾਂ ਹੁੰਦੀਆਂ ਵੀ ਆਪਾਂ ਨੂੰ ਇਹ ਤਾਂ ਪਤਾ ਹੁੰਦਾ ਕਿ ਜੇ ਹੁਣ ਆਪਾਂ ਅੱਜ ਗੁਲਜ਼ਾਰ ਸੰਧੂ ਜੀ ਦੀ ਗੱਲ ਕਰ ਰਹੇ ਹਾਂ ਨਾ, ਜੇ ਅੱਜ ਹੀ ਆਪਾਂ ਗੁਲਜ਼ਾਰ ਸੰਧੂ ਜੀ ਬਣਨਾ ਚਾਹੀਏ ਤਾਂ ਕਿਵੇਂ ਬਣ ਜਾਗੇ? ਉਹ ਆਪਣੇ ਨੂੰ ਉਮਰ 'ਚ ਕਿੰਨੇ ਵੱਡੇ ਨੇ, ਜ਼ਿੰਦਗੀ ਦਾ ਤਜਰਬਾ ਕਿੰਨਾ ਵੱਡਾ ਹੈ ਨਾ ਉਹਦਾ। ਜੇਕਰ ਉਹਨਾਂ ਨੇ ਪੜ੍ਹਿਆ ਨਹੀਂ ਹੈਗਾ ਤਾਂ ਉਹਨਾਂ ਦਾ ਜਿਹੜਾ ਸਰਕਲ ਹੋਊਗਾ, ਜਿਹੜਾ ਸਹਿਯੋਗ ਮਤਲਬ ਆਸੇ-ਪਾਸੇ ਦੋਸਤ ਮਿੱਤਰ ਵੇਲੇ ਹੁੰਦੇ ਨੇ, ਉਹ ਕਿਹੋ ਜਿਹੇ ਲੋਕ ਹੋਣਗੇ। ਤਾਂ ਆਪਾਂ ਜੇ ਇਹ ਸੋਚੀਏ ਵੀ ਅਸੀਂ ਗੁਲਜ਼ਾਰ ਸੰਧੂ ਜੀ ਵਰਗਾ ਲਿਖਣਾ, ਤਾਂ ਹੋ ਸਕਦਾ ਸ਼ਾਇਦ 40 ਸਾਲਾਂ ਤੱਕ 45 ਸਾਲਾਂ ਤੱਕ ਆਪਾਂ ਲਿਖ ਲਈਏ ਇਹੋ ਜਿਹਾ ਨਾ। ਤੇ ਲਿਖਣ ਦਾ ਇਹੀ ਹੁੰਦਾ ਹਿਸਾਬ ਕਿਤਾਬ ਜਿਹਾ। ਬਾਕੀ ਹਰੇਕ ਬੰਦੇ ਦਾ ਸੁਭਾਅ ਹੁੰਦਾ ਵੀ ਆਪਾਂ, ਕਈ ਬੰਦੇ ਕੁਦਰਤੀ ਹੁੰਦੇ ਆ ਕਿ ਉਹਨਾਂ ਨੂੰ ਬੜੇ ਸੈਂਸਿਟਿਵ ਹੁੰਦੇ, ਉਹਨਾਂ ਨੂੰ ਨਿੱਕੀ ਜਿਹੀ ਚੀਜ਼ ਬਹੁਤ ਜ਼ਿਆਦਾ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ ਨਾ। ਬਾਕੀ ਮੈਨੂੰ ਇਹ ਹੁੰਦਾ ਵੀ ਪੜ੍ਹ ਕੇ ਜੇ ਤੁਸੀਂ ਪੜ੍ਹਦੇ ਹੋ ਤਾਂ ਥੋੜ੍ਹੀ ਇੱਕ ਸ਼ੈਲੀ ਜਿਹੀ ਬਣ ਜਾਂਦੀ ਹੈ, ਤੁਹਾਨੂੰ ਸ਼ਬਦਾਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਨਾ, ਸੁਹੱਪਣ ਜਿਹਾ ਆ ਜਾਂਦਾ। ਬਾਕੀ ਇਹ ਵੀ ਦੋਵੇਂ ਚੀਜ਼ਾਂ ਹੀ ਨੇ। ਜੇ ਤੁਸੀਂ ਨਹੀਂ ਵੀ ਪੜ੍ਹਦੇ ਤਾਂ ਵੀ ਠੀਕ ਹੈ, ਜੇ ਤੁਸੀਂ ਪੜ੍ਹਦੇ ਹੋ ਤਾਂ ਮੈਨੂੰ ਲੱਗਦਾ ਉਹ ਬਹੁਤ ਵਧੀਆ ਹੈਗਾ। ਹਾਂ, ਪਰ ਐਂ ਨਾ ਪੜ੍ਹੋ ਵੀ ਤੁਸੀਂ ਪ੍ਰਭਾਵ ਨਾ ਕਬੂਲੋ ਕਿਸੇ ਦਾ। ਮੈਂ ਕਈ ਪੜ੍ਹਦਾ ਹੁੰਦਾ ਤਾਂ ਮੈਂ ਕਈ ਵਾਰੀ 2 ਜਾਂ 3 ਕਿਤਾਬਾਂ ਇਕੱਠੀਆਂ ਖੋਲ੍ਹ ਕੇ ਪੜ੍ਹਨ ਲੱਗ ਪੈਂਦਾ ਹੁੰਦਾ ਵੀ 3 ਅਲੱਗ-ਅਲੱਗ ਲੇਖਕਾਂ ਦੀਆਂ ਖੋਲ੍ਹ ਲਈਆਂ, ਇੱਕ ਦੇ ਪੜ੍ਹ ਲਏ 20 ਪੇਜ ਆ ਨਾ, ਫਿਰ ਉਹ ਛੱਡ ਤੇ ਫਿਰ ਦੂਜੀ ਦੇ ਪੜ੍ਹ ਲਏ, ਫਿਰ ਤੀਜੀ ਪੜ੍ਹ ਲਈ। ਤਾਂ ਮੈਂ 3 ਕਿਤਾਬਾਂ ਕਿਹੜੀ ਇਕੱਠੀਆਂ ਪੜ੍ਹੀਆਂ ਨੇ। ਜਦੋਂ ਆਪਾਂ ਇੱਕੋ ਵਿਚਾਰਧਾਰਾ ਪੜ੍ਹੀ ਜਾਂਦੇ ਹਾਂ, ਇੱਕੋ ਹੀ ਲੇਖਕ ਨੂੰ ਪੜ੍ਹੀ ਜਾਂਦੇ, ਫਿਰ ਉਹ ਆਪਣੇ 'ਚ ਬੋਲਣ ਲੱਗ ਪੈਂਦਾ, ਪ੍ਰਭਾਵ ਤਾਂ ਪੈਂਦਾ। ਫਿਰ ਅਸੀਂ ਕਾਪੀ ਕਰਨ ਲੱਗ ਜਾਂਦੇ ਹਾਂ ਗੱਲ। ਤੇ ਜਿਵੇਂ ਆਪਣੀ ਪਹਿਲੀ ਕਹਾਣੀ ਆ ਪੈਨਸ਼ਨ, ਹੈ ਨਾ, ਤੇ ਤੂੰ ਮੈਨੂੰ ਪੁੱਛਿਆ ਸੀਗਾ ਕਿ ਪੈਨਸ਼ਨ ਪੜ੍ਹ ਕੇ ਕਿਵੇਂ ਲੱਗਿਆ। ਮੈਨੂੰ ਨਾ ਐਵੇਂ ਲੱਗਿਆ ਪੈਨਸ਼ਨ ਪੜ੍ਹ ਕੇ, ਮੈਂ ਤਾਂ ਵੈਸੇ ਹਮੇਸ਼ਾ ਇਹੀ ਗੱਲ ਕਹਿੰਦੀ ਹੁੰਦੀ ਹਾਂ, ਇਹ ਨਹੀਂ ਵੀ ਆਪਾਂ ਬਹੁਤ ਸਿਆਣੇ ਲੋਕ ਹਾਂ, ਪਰ ਮੈਨੂੰ ਹਮੇਸ਼ਾ ਇਹੀ ਲੱਗਦਾ ਹੁੰਦਾ ਕਿ ਘਰ 'ਚ ਜਿਹੜੇ ਤੁਹਾਡੇ ਮਾਂ ਪਿਓ ਨੇ, ਹੈ ਨਾ, ਉਹ ਚਾਹੇ ਤੁਹਾਡੇ ਘਰ ਵਾਲੇ ਦੇ ਮਾਂ ਪਿਓ ਨੇ ਜਾਂ ਤੁਹਾਡੇ ਮਾਂ ਪਿਓ ਨੇ, ਵੀ ਉਹਨਾਂ ਨੂੰ ਜ਼ਿੰਦਗੀ 'ਚ ਕਦੀ ਤੁਹਾਡੇ ਤੋਂ ਪੈਸੇ ਨਹੀਂ ਮੰਗਣੇ ਪੈਣੇ ਚਾਹੀਦੇ, ਹੈ ਨਾ। ਵੀ ਇਹ ਨਹੀਂ ਵੀ ਉਹ ਜੇ ਆਪਦਾ ਕੋਈ ਛੋਟਾ ਜਿਹਾ ਖਰਚਾ ਕਰਨਾ ਚਾਹੁੰਦੇ ਆ ਤਾਂ ਉਹ ਆਪਣੇ ਪੁੱਤਰ ਤੋਂ ਜਾਂ ਨੂੰਹ ਤੋਂ ਪੈਸੇ ਮੰਗਣ, ਅਤੇ ਉਹ ਚੀਜ਼ ਮੈਨੂੰ ਲੱਗਦੀ ਹੁੰਦੀ ਆ ਵੀ ਉਹ ਤੁਹਾਡੇ ਘਰ 'ਚ ਬਰਕਤ ਨਹੀਂ ਰਹਿਣ ਦਿੰਦੀ ਉਹ ਚੀਜ਼, ਹੈ ਨਾ। ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਬਜ਼ੁਰਗ ਜਿਨ੍ਹਾਂ ਨੇ ਸਾਰੀ ਉਮਰ ਕਮਾਇਆ, ਜਿਨ੍ਹਾਂ ਨੇ ਜਦੋਂ ਜਿਵੇਂ ਹੁਣ ਆਪਾਂ ਵੀ ਮਾਂ ਪਿਓ ਆ, ਆਪਾਂ ਕਈ ਵਾਰ ਆਪਣੇ ਨਿਆਣੇ ਦੀਆਂ ਲੋੜਾਂ ਲਈ ਆਪਦੇ ਇਹੋ ਜਿਹੇ ਜ਼ਰੂਰੀ ਖਰਚੇ ਵੀ ਨਹੀਂ ਕਰਦੇ ਜਿਹੜੇ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਆ। ਆਪਾਂ ਕਹਿੰਦੇ ਨਹੀਂ ਪਹਿਲਾਂ ਨਿਆਣੇ ਦੀ ਜ਼ਰੂਰਤ ਪੂਰੀ ਕਰਦੇ, ਹੈ ਨਾ। ਮੈਨੂੰ ਲੱਗਦਾ ਹੁੰਦਾ ਉਹਨਾਂ ਨੇ ਵੀ ਇਹੀ ਕੁਛ ਕੀਤਾ ਜਦੋਂ ਅਸੀਂ ਛੋਟੇ ਹੁੰਦੇ ਹੋਵਾਂਗੇ। ਅਤੇ ਮਾਂ ਪਿਓ ਦਾ ਜਿਹੜਾ ਸਭ ਤੋਂ ਵੱਡਾ ਜ਼ਿਆਦਾ ਸਟਰੈਸ ਹੁੰਦਾ, ਜਾਂ ਮਤਲਬ ਜਦੋਂ ਬਜ਼ੁਰਗ ਹੁੰਦੇ ਨੇ, ਉਹਨਾਂ ਨੂੰ ਇਹੀ ਹੁੰਦਾ ਕਿ ਅਸੀਂ ਆਪਣੇ ਨਿਆਣਿਆਂ 'ਤੇ ਨਿਰਭਰ ਹੋ ਜਾਵਾਂਗੇ। ਉਹ ਨਿਰਭਰ ਇਕੱਲਾ ਸਰੀਰ ਲਈ ਨਹੀਂ ਹੋਣਾ ਹੁੰਦਾ, ਮੈਨੂੰ ਲੱਗਦਾ ਉਹ ਹਰ ਚੀਜ਼ ਲਈ ਉਹ ਨਿਰਭਰ ਹੋ ਜਾਂਦੇ ਆ। ਵੀ ਆਪਾਂ ਕਿਤੇ ਆਉਣ ਜਾਣ ਤੋਂ ਲੈ ਕੇ, ਹੈ ਨਾ, ਖਰਚਿਆਂ ਤੱਕ ਵੀ ਉਹ ਨਿਰਭਰ ਹੋ ਜਾਂਦੇ। ਅਤੇ ਇਹ ਕਹਾਣੀ ਮੈਨੂੰ ਐਵੇਂ ਹੀ ਲੱਗੀ, ਪੈਨਸ਼ਨ ਕਹਾਣੀ। ਅਤੇ ਜੇ ਆਪਾਂ ਜਿਵੇਂ ਦਰਸ਼ਕਾਂ ਨੂੰ ਦੱਸਣਾ ਹੋਵੇ ਤਾਂ ਪੈਨਸ਼ਨ ਕਹਾਣੀ ਇੱਕ ਇਹੋ ਜਿਹੇ ਪਰਿਵਾਰ ਦੀ ਕਹਾਣੀ ਆ ਜਿਹਦੇ 'ਚ ਇੱਕ ਬਜ਼ੁਰਗ ਹੁੰਦੀ ਆ, ਅਤੇ ਉਹਦਾ ਇੱਕ ਜਿਹੜਾ ਪੁੱਤਰ ਆ ਉਹ ਸ਼ਹਿਰ 'ਚ ਰਹਿੰਦਾ, ਇੱਕ ਪਿੰਡ 'ਚ ਰਹਿੰਦਾ। ਅਤੇ ਉਹ ਸ਼ਹਿਰ ਵਾਲਾ ਪੁੱਤਰ ਉਹਨੂੰ ਆਪਣੇ ਬੱਚਾ ਜਿਹੜਾ 10 ਸਾਲ ਬਾਅਦ ਹੋਇਆ ਹੁੰਦਾ ਉਹਨੂੰ ਸੰਭਾਲਣ ਲਈ ਸੱਦਦੇ ਨੇ। ਉਹ ਬਹੁਤ ਚੰਗੇ ਤਰੀਕੇ ਨਾਲ ਉਸ ਨਿਆਣੇ ਨੂੰ ਸੰਭਾਲਦੀ ਆ, ਪਰ ਫਿਰ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਸਾਡੇ ਬਜ਼ੁਰਗ ਸਾਡੇ ਤੋਂ 20 ਸਾਲ ਪਿੱਛੇ ਵਾਲੀ ਜ਼ਿੰਦਗੀ ਜਿਉ ਰਹੇ ਹੁੰਦੇ ਨੇ, ਜਨਰੇਸ਼ਨ ਗੈਪ ਆ ਜਿਹੜਾ, ਉਹ ਜਿਵੇਂ ਆਪਾਂ ਕਹਿ ਲਈਏ, ਹੈ ਨਾ। ਤਾਂ ਫਿਰ ਉਹਨਾਂ ਦੀ ਜਿਹੜੀ ਨੂੰਹ ਹੁੰਦੀ ਆ ਉਹਨੂੰ ਲੱਗਦਾ ਹੈ ਕਿ ਮੇਰੇ ਨਿਆਣੇ ਨੂੰ ਨਵੇਂ ਢੰਗ ਨਾਲ ਉੱਠਣਾ ਬੈਠਣਾ ਜਾਂ ਬਹੁਤ ਸਾਰੀਆਂ ਚੀਜ਼ਾਂ ਸਿਖਾਉਣ ਲਈ ਇੱਕ ਮੇਡ ਦੀ ਜ਼ਰੂਰਤ ਆ, ਕਿਉਂਕਿ ਜਿਹੜੀ ਬਜ਼ੁਰਗ ਲੇਡੀ ਆ ਵੀ ਉਹਨੂੰ ਸ਼ਾਇਦ ਉਹ ਸਾਰੀਆਂ ਚੀਜ਼ਾਂ ਨਹੀਂ ਆਉਂਦੀਆਂ। ਅਤੇ ਫਿਰ ਉਹ ਘਰ 'ਚ ਇੱਕ ਮੇਡ ਲੈ ਆਉਂਦੇ ਨੇ, ਅਤੇ ਉਹ ਜਿਹੜੀ ਕੰਮ ਵਾਲੀ ਹੁੰਦੀ ਆ ਉਹਨੂੰ ਲੱਗਦਾ ਵੀ ਜੇ ਮੈਂ ਇਸ ਘਰ 'ਚ 2-3 ਘੰਟੇ ਕੰਮ ਲਈ ਆਉਂਦੀ ਹਾਂ ਤਾਂ ਮੈਂ ਪੂਰੇ ਦਿਨ ਲਈ ਇੱਥੇ ਘਰ 'ਚ ਕਿਵੇਂ ਸੈਟਲ ਹੋ ਸਕਦੀ ਹਾਂ। ਤਾਂ ਫਿਰ ਉਹ ਮਾਂ ਜੀ ਜਿਹੜੀ ਬੀਬੀ ਆ ਉਹਦੇ 'ਚ ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੰਦੀ ਆ, ਅਤੇ ਇਸ ਤਰੀਕੇ ਨਾਲ ਨੂੰਹ ਨੂੰ ਲੱਗਦਾ ਹੈ ਕਿ ਜਿਹੜੀ ਕੰਮ ਵਾਲੀ ਆ ਉਹ ਮੇਰੇ ਬੱਚੇ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਦੀ ਹੈ, ਅਤੇ ਹੁਣ ਸਾਨੂੰ ਆਪਣੀ ਮਾਂ ਦੀ ਜ਼ਰੂਰਤ ਨਹੀਂ ਹੈਗੀ, ਅਤੇ ਉਹ ਉਹਨੂੰ ਵਾਪਸ ਭੇਜਣਾ ਚਾਹੁੰਦੇ ਨੇ। ਪਰ ਕਹਾਣੀ 'ਚ ਇੱਕ ਚੰਗਾ ਪੱਖ ਇਹ ਹੈ ਕਿ ਜਦੋਂ ਉਹ ਬੀਬੀ ਉਸ ਘਰ 'ਚ ਆਉਂਦੀ ਆ ਸ਼ੁਰੂ ਦੇ ਵਿੱਚ, ਤਾਂ ਉਹਦੀ ਨੂੰਹ ਕਹਿੰਦੀ ਹੁੰਦੀ ਹੈ ਕਿ ਮੈਂ ਮਤਲਬ ਪੜ੍ਹੇ ਲਿਖਿਆ ਕਾਮਰੇਡਾਂ ਦੀ ਧੀ ਹਾਂ, ਅਤੇ ਮੈਂ ਕਦੇ ਨਹੀਂ ਚਾਹੁੰਦੀ ਕਿ ਤੁਸੀਂ ਆਪਣਾ ਕੋਈ ਖਰਚਾ ਕਰਨਾ ਹੋਵੇ ਤਾਂ ਮੇਰੇ ਤੋਂ ਪੈਸੇ ਮੰਗ ਕੇ ਲਵੋ, ਮੈਂ ਤੁਹਾਨੂੰ ਮਹੀਨੇ ਦੇ ਪੱਕੇ ਪੈਸੇ ਦਿਆ ਕਰਾਂਗੀ। ਉਹਦੀ 1500 ਤਨਖਾਹ ਹੁੰਦੀ ਆ, ਅਤੇ ਉਹ 100 ਰੁਪਈਆ ਹਰ ਮਹੀਨੇ ਆਪਣੀ ਸੱਸ ਦੀ ਤਲੀ 'ਤੇ ਧਰਦੀ ਆ। ਅਤੇ ਜਦੋਂ ਉਹਨੂੰ ਲੱਗਦਾ ਕਿ ਹੁਣ ਮੇਰੀ ਇਸ ਘਰ 'ਚ ਲੋੜ ਨਹੀਂ, ਮੈਨੂੰ ਇਹ ਪਿੰਡ ਛੱਡ ਆਉਣਗੇ, ਤਾਂ ਆਪਣੀ ਨੂੰਹ ਨੂੰ ਅਰਜ਼ ਕਰਦੀ ਹੈ ਕਿ ਉਹ ਜਿਹੜੀ ਮੇਰੀ ਪੈਨਸ਼ਨ ਆ ਮਤਲਬ ਮਹੀਨੇ ਦਾ 100 ਰੁਪਈਆ ਤੂੰ ਉਹ ਨਾ ਬੰਦ ਕਰੀ, ਕਿਉਂਕਿ ਉਹ ਜਿੰਨਾ ਸਮਾਂ ਉਹਨਾਂ ਕੋਲ ਰਹੀ ਉਹਨੂੰ ਲੱਗਦਾ ਹੁੰਦਾ ਕਿ ਹੁਣ ਪਿੰਡ ਵਾਲੇ ਘਰ 'ਚ ਉਹਦੇ ਪੈਰ ਉਖੜ ਗਏ ਨੇ, ਅਤੇ ਉਹਦੀ ਜਿਹੜੀ ਛੋਟੀ ਨੂੰਹ ਆ ਸ਼ਾਇਦ ਉਹਦੀ ਉਨੀ ਪੁੱਛ ਪੜਤਾਲ ਨਹੀਂ ਕਰੂਗੀ। ਅਤੇ ਬਲਦੇਵ, ਜਿਵੇਂ ਮੈਂ ਕਿਹਾ ਕਿ ਮੈਨੂੰ ਇਹੀ ਚੀਜ਼ ਲੱਗੀ ਕਿ ਤੁਹਾਡੇ ਮਾਂ ਪਿਓ ਤੁਹਾਡੇ ਤੋਂ ਪੈਸਾ ਨਾ ਮੰਗਣ, ਤੈਨੂੰ ਕੀ ਚੀਜ਼ ਲੱਗੀ ਸੀਗੀ? ਮੈਨੂੰ ਵੀ ਇਹੀ ਚੀਜ਼ ਲੱਗੀ ਆ। ਇਹ ਕਹਾਣੀ ਨਾ ਮੈਨੂੰ ਲੱਗਦਾ ਕਿ ਪੈਸੇ ਦੇ ਮਨੋਵਿਗਿਆਨ ਦੇ ਨਾਲ ਸੰਬੰਧਿਤ ਲੱਗਦੀ ਹੈ ਮੈਨੂੰ। ਪੈਸਾ ਆਪਣੇ 'ਤੇ ਕੀ ਅਸਰ ਪਾਉਂਦਾ ਨਾ, ਜਾਂ ਪੈਸਾ ਆਪਾਂ ਨੂੰ ਕਿਹੋ ਜਿਹਾ ਮਾਹੌਲ ਦਿੰਦਾ। ਆਪਾਂ ਬੱਚਿਆਂ ਨੂੰ ਪੋਕਟ ਮਨੀ ਦਿੰਦੇ ਹੁੰਦੇ ਆ ਨਾ, ਸਕੂਲ ਜਾਂਦੇ ਨੇ ਉਹ ਤਾਂ ਵੀ ਜਿੰਨਾ ਵੀ 20 ਰੁਪਏ 30 ਰੁਪਏ ਜਾਂ ਮਹੀਨੇ ਦਾ ਆਪਾਂ 100 ਰੁਪਏ ਬੰਨਿਆ ਹੁੰਦਾ ਕਿੰਨਾ,
ਮੈਨੂੰ ਲੱਗਦਾ ਕਿ ਪਾਕਟ ਮਨੀ ਪਰਿਵਾਰ ਦੇ ਹਰੇਕ ਬੰਦੇ ਨੂੰ ਮਿਲਣੀ ਚਾਹੀਦੀ ਆ। ਬਿਲਕੁਲ। ਮਾਂ ਪਿਓ ਨੂੰ ਵੀ ਮਿਲਣੀ ਚਾਹੀਦੀ ਆ, ਬੱਚਿਆਂ ਨੂੰ ਵੀ ਮਿਲਣੀ ਚਾਹੀਦੀ ਆ। ਤੁਹਾਡੀ ਜੇ ਤੁਸੀਂ ਕਮਾ ਰਹੇ ਹੋ, ਤੁਸੀਂ ਮਤਲਬ ਹਸਬੈਂਡ ਨੂੰ, ਤੁਹਾਡੀ ਵਾਈਫ ਨੂੰ ਵੀ ਮਿਲਣੀ ਚਾਹੀਦੀ ਆ। ਜੇ ਤੁਹਾਡੀ ਵਾਈਫ ਕਮਾ ਰਹੀ ਹੈ, ਕਈ ਵਾਰੀ ਇਹ ਹੁੰਦਾ ਘਰਾਂ ਦੇ ਵਿੱਚ ਔਰਤ ਕਮਾ ਰਹੀ ਹੁੰਦੀ ਹੈ ਨਾ, ਉਹ ਗਵਰਨਮੈਂਟ ਜੌਬ ਤੇ ਹੁੰਦੀ ਜਾਂ ਕੁਝ ਹੋਰ ਹੁੰਦਾ, ਤੇ ਉਹਦਾ ਜਿਹੜਾ ਪਤੀ ਹੁੰਦਾ ਉਹ ਘਰੇ ਕੰਮ ਕਰ ਰਿਹਾ ਹੁੰਦਾ, ਘਰ ਦੇ ਕੰਮ ਹੁੰਦੇ, ਤਾਂ ਉਹਨੂੰ ਵੀ ਕੁਛ ਨਾ ਕੁਛ ਮਿਲਣਾ ਚਾਹੀਦਾ ਵੀ ਮਹੀਨੇ ਦਾ 2000 3000 ਰੁਪਇਆ। ਉਹ ਪੈਸਾ ਇਸ ਤਰੀਕੇ ਦਾ ਹੋਵੇ ਕਿ ਜਿੱਥੇ ਉਹ ਆਪਦੀ ਮਰਜ਼ੀ ਨਾਲ ਲਾ ਸਕਦੇ ਹੋਣ। ਇਹ ਨਾ ਹੋਵੇ ਆਪਾਂ 100 ਰੁਪਇਆ ਦੇ ਕੇ ਉਹਨੂੰ ਤੋਂ ਮੁੜ ਕੇ ਹਿਸਾਬ ਪੁੱਛੀਏ ਨਾ, ਜਾਂ 1000 ਰੁਪਏ ਦੇ ਕੇ ਹਿਸਾਬ ਲਈਏ ਵੀ ਉਹਨਾਂ ਨੂੰ ਇਹ ਜਿਹੜਾ ਉਹਨਾਂ ਨੂੰ ਕੋਈ 1000 ਦੇਣਾ, 500 ਦੇਣਾ, 1500 ਦੇਣਾ, ਉਹ ਉਹਨਾਂ ਦਾ ਹੋਵੇ। ਉਦੋਂ ਬਾਅਦ ਦੇਣ ਤੋਂ ਬਾਅਦ ਆਪਾਂ ਭੁੱਲ ਜਾਈਏ ਅਸੀਂ ਤੁਹਾਨੂੰ ਪੈਸੇ ਦਿੱਤੇ ਆ। ਮੈਨੂੰ ਐ ਲੱਗਦਾ ਕਿ ਇਹ ਹਰੇਕ ਪਰਿਵਾਰ, ਮਤਲਬ ਹਰੇਕ ਜੀਅ ਕੋਲੇ ਆਪਣੇ ਥੋੜੇ ਜਿਹੇ ਪੈਸੇ ਹੋਣੇ ਚਾਹੀਦੇ ਆ, ਕਿਉਂਕਿ ਕਈ ਨਿੱਕੇ ਕਿੰਨੀਆਂ ਲੋੜਾਂ ਹੁੰਦੀਆਂ ਨੇ, ਕਿ ਨਿੱਕੇ ਕੰਮ ਜਿਹੇ ਹੁੰਦੇ ਨੇ ਜਿਨ੍ਹਾਂ ਲਈ ਅਸੀਂ ਕਿਸੇ ਤੋਂ ਮੰਗ ਵੀ ਨਹੀਂ ਸਕਦੇ ਹੁੰਦੇ। ਜੇ ਅਸੀਂ ਕਿਸੇ ਤੋਂ ਮੰਗਾਂਗੇ, ਮੰਨ ਕੇ ਚਲੋ ਆਪਾਂ ਐਵੇਂ ਕਹਿ ਦਈਏ ਵੀ ਆਪਣੇ ਘਰੇ ਆਪਣਾ ਕੋਈ ਦੋਹਤਾ ਆਇਆ ਜਾਂ ਕੋਈ ਹੋਰ ਰਿਸ਼ਤੇਦਾਰ ਆਇਆ ਨਾ, ਆਪਣਾ ਜੀਅ ਕਰਦਾ ਆਪਣਾ ਉਹਦਾ ਮੂੰਹ ਆਵੇ, ਆਪਾਂ ਉਹਨੂੰ 1000 ਰੁਪਏ ਸ਼ਗਨ ਦੇਣਾ। ਆਪਾਂ ਕਹਾਂ ਕਿਸੇ ਬੰਦੇ ਤੋਂ ਕਹਾਂਗੇ ਪਰਿਵਾਰ ਵਾਲੇ ਵੀ ਮੈਨੂੰ ਪੈਸੇ ਦੇ 1000 ਰੁਪਏ ਮੈਨੂੰ ਸ਼ਗਨ ਦੇਣਾ, ਤਾਂ ਅਗਲਾ ਪੁੱਛੂ 1000 ਕਿਉਂ ਦੇਣਾ, ਤੂੰ 200 ਦੇ ਦੇ, ਹੈ ਨਾ। ਉਹ ਇਹ ਨਹੀਂ ਸਮਝਦਾ ਵੀ ਜੇ ਇਹ 1000 ਰੁਪਏ ਕਹਿ ਰਿਹਾ ਤਾਂ ਖਬਰ ਇਹਦੇ ਮਨ 'ਚ ਫੀਲਿੰਗ ਕੀ ਹੋਊ, ਕਿੰਨਾ ਕੁ ਚਾਅ ਹੋਊਗਾ ਇਹਨੂੰ ਨਾ। ਤਾਂ ਜਿਹੜੇ ਇਹੋ ਜਿਹੇ ਕੰਮ ਹੁੰਦੇ ਨੇ ਉਹਦੇ ਵਾਸਤੇ ਮੈਨੂੰ ਲੱਗਦਾ ਹੁੰਦਾ ਕਿ ਪੈਸੇ ਹਰੇਕ ਦੇ ਕੋਲੇ ਇੰਨੇ ਕੁ ਹੋਣੇ ਚਾਹੀਦੇ ਆ ਵੀ ਜਿਨ੍ਹਾਂ ਨਾਲ ਉਹ ਨਿੱਕੇ ਆਪਦੇ ਚਾਅ ਸ਼ੌਂਕ ਪੂਰੇ ਕਰ ਸਕੇ। ਤੇ ਜਿਹੜੀ ਇਹ ਪੈਨਸ਼ਨ ਵਾਲਾ ਜਿਹੜਾ ਉਹ 100 ਰੁਪਇਆ ਦਿੰਦੀ ਹੈ ਮਹੀਨੇ ਦਾ ਨੂੰਹ ਸੱਸ ਨੂੰ ਨਾ, ਜੋ ਉਹਨੂੰ ਕਹਿੰਦੀ ਹੈ ਵੀ ਮੈਨੂੰ ਤੂੰ ਦਿਆ ਕਰ ਹਰੇਕ ਮਹੀਨੇ, ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ 100 ਰੁਪਏ ਦੇ ਨਾਲ ਉਹ ਆਪਦੇ ਉਹ ਨਿੱਕੇ ਚਾਅ ਉਹ ਸ਼ੌਂਕ ਪੂਰੇ ਕਰੂ। ਕਈ ਵਾਰੀ ਰੁਪਿੰਦਰ ਇਹ ਹੁੰਦਾ ਕਿ ਬੰਦਾ ਕਈ ਇਹੋ ਜਿਹਾ ਹੁੰਦਾ ਉਹ ਪੈਸੇ ਲਾਉਂਦਾ ਹੀ ਨਹੀਂ ਹੁੰਦਾ। ਬਜ਼ੁਰਗ ਹੁੰਦੇ ਨੇ ਨਾ, ਉਹ ਦੇਖਿਆ ਹੋਵੇ ਕਈ ਵਾਰੀ ਬਜ਼ੁਰਗ ਐਂ ਹੁੰਦੇ, ਮੈਂ ਦੇਖਦਾ ਹੁੰਦਾ ਪੁਰਾਣੇ ਬਜ਼ੁਰਗਾਂ ਦਾ, ਵੀ ਉਹਨਾਂ ਨੇ ਰੁਮਾਲ 2-3 ਰੁਮਾਲ ਵਲੇਟੇ ਹੁੰਦੇ ਆ ਨਾ, ਤੇ ਜਦੋਂ ਖੋਲਦੇ ਆ ਤੇ ਵਿੱਚੋਂ ਨਿਕਲਦੇ 20 ਰੁਪਏ ਜਾਂ 50 ਰੁਪਏ। ਵੇਖਣ ਵਾਲਾ ਹੱਸਦਾ ਹੋਊਗਾ ਵੀ 50 ਰੁਪਏ 3 ਰੁਮਾਲ ਵਲੇਟੇ ਫਿਰਦੇ ਆ ਨਾ, ਪਰ ਦੇਖਣ ਵਾਲਾ ਵੀ ਉਹਨੂੰ ਕਿੰਨਾ ਚਾਅ ਹੋਊਗਾ ਜਾਂ ਉਹਨੇ ਕਿੰਨੇ ਸੋਹਣੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਪੈਸੇ ਉਹ। ਤਾਂ ਬਹੁਤ ਬਜ਼ੁਰਗ ਇਹੋ ਜਿਹੇ ਹੁੰਦੇ ਆ ਉਹ ਪੈਸੇ ਲਾਉਂਦੇ ਨਹੀਂ ਕਿਤੇ, ਉਹ ਪਰ ਉਹਨਾਂ ਨੂੰ ਐਂ ਵੀ ਸਾਡੇ ਕੋਲੇ ਪੈਸੇ ਹੋਣੇ ਚਾਹੀਦੇ ਆ। ਬਿਲਕੁਲ। ਔਰ ਵੈਸੇ ਵੀ ਨਾ, ਮੈਂ ਤਾਂ ਜਿਵੇਂ ਮੈਂ ਪਹਿਲਾਂ ਵੀ ਤੈਨੂੰ ਦੱਸਿਆ ਸੀ ਕਿ ਕਈ ਘਰਾਂ 'ਚ ਨਾ ਜਿਵੇਂ ਬਜ਼ੁਰਗ ਚਲੇ ਜਾਂਦੇ ਨੇ, ਹੈ ਨਾ, ਮਤਲਬ ਬੰਦਾ ਨਹੀਂ ਰਹਿੰਦਾ, ਤੇ ਉਹ ਜੇ ਕਿਸੇ ਸਰਕਾਰੀ ਨੌਕਰੀ ਤੇ ਆ, ਜਾਂ ਮੰਨ ਲਓ ਕਿ ਉਹਨੂੰ ਕਿਸੇ ਢੰਗ ਨਾਲ ਕੋਈ ਤੋਂ ਪੈਨਸ਼ਨ ਮਿਲਦੀ ਸੀ, ਤੇ ਉਹ ਜਦੋਂ ਉਹਦੀ ਜਨਾਨੀ ਨੂੰ ਲੱਗ ਜਾਂਦੀ ਆ, ਉਹ ਜਨਾਨੀਆਂ ਦਾ ਰੋਹਬ ਦੂਜੀਆਂ ਨਾਲੋਂ ਵੱਖਰਾ ਹੀ ਹੁੰਦਾ, ਹੈ ਨਾ। ਕਿਉਂਕਿ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਵੀ ਜੇ ਜਨਾਨੀ ਨੌਕਰੀ ਨਹੀਂ ਕਰਦੀ, ਬੰਦਾ ਦੁਨੀਆ ਤੋਂ ਰੁਖਸਤ ਹੋ ਗਿਆ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹੀ ਲੱਗਦਾ ਹੁੰਦਾ ਕਿ ਪੈਸੇ ਲਈ ਉਹ ਔਖੀ ਹੋ ਜੂਗੀ, ਹੈ ਨਾ। ਜੇ ਉਹੀ ਬੰਦਾ ਕੋਈ ਸਰਕਾਰੀ ਨੌਕਰੀ ਕਰਦਾ ਸੀ ਜਾਂ ਜਨਾਨੀ ਹੀ ਕਰਦੀ ਆ, ਤਾਂ ਉਹ ਆਪਾਂ ਇਹ ਕਹਿ ਦਿੰਦੇ ਹਾਂ ਕਿ ਚਲੋ ਔਖੀ ਤਾਂ ਹੋਗੀ ਪਰ ਪੈਸੇ ਵੱਲੋਂ ਨਹੀਂ ਹੋਊਗੀ, ਹੈ ਨਾ। ਤੇ ਉਹ ਮੈਨੂੰ ਲੱਗਦਾ ਜਿਹੜਾ ਆਪਣੇ ਹੱਥ 'ਚ ਪੈਸਾ ਹੋਣ ਦਾ ਮਾਣ ਹੈ ਉਹ ਵੱਖਰਾ ਹੀ ਹੁੰਦਾ। ਜਿਵੇਂ ਆਪਣੀਆਂ ਜਿਹੜੀਆਂ ਬਜ਼ੁਰਗ ਨੇ, ਹੁਣ ਜਿਵੇਂ ਤੇਰੇ ਮੰਮੀ ਵੀ ਉਸ ਉਮਰ 'ਚ, ਮੇਰੇ ਮੰਮੀ ਵੀ ਉਸ ਉਮਰ 'ਚ, ਹੈ ਨਾ। ਮੇਰੇ ਮੰਮੀ ਕਹਿੰਦੇ ਹੁੰਦੇ ਕਿ ਮੈਂ ਤੁਹਾਡੇ ਡੈਡੀ ਤੋਂ ਬੱਜਵੇਂ ਪੈਸੇ ਲੈਂਦੀ ਹਾਂ ਮਹੀਨੇ ਦੇ, ਕਿਉਂਕਿ ਮੇਰੇ ਮੰਮੀ ਕੋਈ ਨੌਕਰੀ ਨਹੀਂ ਕਰਦੇ, ਤੇ ਉਹ ਬੱਜਵੇਂ ਪੈਸੇ ਮੈਨੂੰ ਲੱਗਦਾ ਉਹਨਾਂ ਨੂੰ ਕਦੀ ਕਿਸੇ ਨੂੰ ਦੱਸਣੇ ਨਹੀਂ ਪੈਂਦੇ ਵੀ ਜੇ ਤੁਸੀਂ ਮਹੀਨੇ ਦੇ ਇੰਨੇ ਪੈਸੇ ਦਿੱਤੇ ਤਾਂ ਮੈਂ ਫਲਾਣੇ ਨੂੰ ਦਿੱਤੇ। ਉਹ ਆਪਦੀਆਂ ਕੁੜੀਆਂ ਨੂੰ ਦੇਣ, ਆਪਦੇ ਦੋਹਤਿਆਂ ਨੂੰ ਦੇਣ, ਦਿਨ ਤਿਉਹਾਰ 'ਤੇ ਆਪਦੇ ਪੋਤਿਆਂ ਨੂੰ ਦੇਣ। ਮੈਨੂੰ ਲੱਗਦਾ ਉਹ ਖੁਸ਼ੀ ਹੋਈ ਵੱਖਰੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਆਪਣੇ ਹੱਥ ਨਾਲ ਕੋਈ ਚੀਜ਼ ਦੇ ਰਹੇ ਹੋ, ਹੈ ਨਾ। ਇਹ ਨਾ ਬਹੁਤ ਸੋਹਣੀਆਂ ਚੀਜ਼ਾਂ ਹੁੰਦੀਆਂ ਰਿਸ਼ਤਿਆਂ 'ਚ ਨਾ ਰੁਪਿੰਦਰ, ਕਿ ਚੀਜ਼ਾਂ ਬੜੀਆਂ ਸੋਹਣੀਆਂ ਹੁੰਦੀਆਂ ਵੀ ਆਪਾਂ ਉਹਨੂੰ ਮਹਿਸੂਸ ਕਰੀਏ ਨਾ, ਤਾਂ ਐਂ ਲੱਗਦਾ ਹੁੰਦਾ ਵੀ ਕਿੰਨੀਆਂ ਸੋਹਣੀਆਂ ਚੀਜ਼ਾਂ ਹੋ ਰਹੀਆਂ ਨੇ ਨਾ। ਹੁਣ ਜਿਹੜੀ ਆਪਣੀ ਕਹਾਣੀ ਦੀ ਮੁੱਖ ਔਰਤ ਉਹ ਬਜ਼ੁਰਗ ਹੈ ਨਾ, ਉਹਦੇ ਮੁੰਡੇ ਵਿਆਹੇ ਹੋਏ ਆ, ਉਹ ਆਪਣਾ ਪੋਤਾ ਜਾਂ ਪੋਤੀ ਉਹਨੂੰ ਪਾਲਣ ਵਾਸਤੇ ਆਉਂਦੀ ਹੈ ਨਾ। ਅਤੇ ਆਪਣੇ ਘਰਾਂ 'ਚ ਵੀ ਦੇਖੀਏ ਕਿ ਉਹਨਾਂ ਦੀਆਂ ਆਪਣੀਆਂ ਕੁੜੀਆਂ ਚਾਹੇ ਉਹ ਕਿੰਨੇ ਵੱਡੇ, ਜਿੰਨੇ ਮਰਜ਼ੀ ਵੱਡੇ ਅਹੁਦੇ 'ਤੇ ਹੋਣ, ਜਿੰਨੇ ਮਰਜ਼ੀ ਵੱਡੇ ਪਰਿਵਾਰ ਦੇ ਵਿੱਚ ਹੋਣ, ਤਾਂ ਜਦੋਂ ਪੇਕੀ ਜਾਂਦੀਆਂ ਤੇ ਮਾਵਾਂ ਨੂੰ ਹੁੰਦਾ ਵੀ ਇਹਨਾਂ ਨੂੰ ਕੁਛ ਨਾ ਕੁਛ ਦੇਈਏ, 500 ਦੇਈਏ, 1000 ਦੀ ਕੁਛ ਵੀ ਦੇਈਏ, ਹੈ ਨਾ। ਤੇ ਕਈ ਵਾਰੀ ਧੀਆਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਗੀ, ਪਤਾ ਹੁੰਦਾ ਵੀ ਧੀ ਕੋਲੇ ਬਹੁਤ ਕੁਛ ਆ, ਵੀ ਬਹੁਤ ਸੋਹਣੇ ਪਰਿਵਾਰ 'ਚ ਦੀ, ਤੇ ਪਰ ਮਾਂ ਨੂੰ ਫਿਰ ਵੀ ਐਂ ਹੁੰਦਾ ਵੀ ਕੁਛ ਨਾ ਕੁਛ ਦੇਈਏ। ਤਾਂ ਉਹ ਇਹੋ ਜਿਹੇ ਸ਼ੌਂਕ ਪੂਰੇ ਕਰਨ ਵਾਸਤੇ ਜਾਂ ਇਹੋ ਜਿਹੇ ਚਾਅ ਪੂਰੇ ਕਰਨ ਵਾਸਤੇ ਉਹ ਪੈਸੇ ਚਾਹੀਦੇ ਹੁੰਦੇ ਆ, ਵੀ ਜਿਹੜੇ ਆਏ ਹੋਣ ਵੀ ਜਿਹਨੂੰ ਉਹ ਕਿਸੇ ਨੂੰ ਜਵਾਬ ਦੇ ਨਾ ਹੋਵੇ। ਇਹ ਨਾ ਹੋਵੇ ਵੀ ਜੇ ਉਹਦੇ ਕੋਲ 10,000 ਰੁਪਇਆ ਮੈਨੂੰ ਪਤਾ ਲੱਗ ਗਿਆ ਵੀ ਉਹਦੇ ਕੋਲ 10,000 ਰੁਪਇਆ, ਤੇ ਮੈਂ 15 ਨੂੰ ਪੁੱਛਾਂ ਵੀ ਹਾਂ ਤੇਰੇ ਕੋਲ 10,000 ਤੋਂ 7 ਹੀ ਰਹੇਗਾ, ਤੈਨੂੰ ਤੂੰ ਕਿੱਥੇ ਲਾਇਆ, ਵੀ ਜਵਾਬਦੇਹੀ ਨਹੀਂ ਚਾਹੀਦੀ ਇਹ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਕੁੜੀਆਂ ਨੂੰ ਜ਼ਰੂਰਤ ਨਹੀਂ ਹੁੰਦੀ। ਮੈਨੂੰ ਤਾਂ ਲੱਗਦਾ ਕਿ ਕੁੜੀਆਂ ਜਿੱਡੇ ਮਰਜ਼ੀ ਵੱਡੇ ਘਰਾਂ 'ਚ ਵਿਆਹੀਆਂ ਹੋਣ, ਉਹ ਜਦੋਂ ਆਪਣੇ ਪੇਕੇ ਜਾਂਦੀਆਂ ਨੇ ਉਹਨਾਂ ਨੂੰ ਜ਼ਰੂਰ ਹੁੰਦਾ ਕਿ ਮੈਂ ਚਾਹੇ ਆਪਦੇ ਭਤੀਜੇ ਨੂੰ 5,000 ਦਿਆਵਾਂ, ਪਰ ਮੇਰਾ ਭਰਾ ਵੀ ਮੇਰੇ ਬੱਚਿਆਂ ਨੂੰ ਤੇ ਮੈਨੂੰ, ਹੈ ਨਾ, ਉਹ ਅਹਿਸਾਸ ਹੀ ਹੁੰਦੇ ਨੇ। ਪੈਸਿਆਂ ਦੀ ਜ਼ਰੂਰਤ ਨਹੀਂ ਹੁੰਦੀ ਰੁਪਿੰਦਰ, ਪੈਸੇ ਨਹੀਂ ਆਪਾਂ ਕਹਿੰਦੇ, ਉਹ ਜਿਹੜੇ ਅਹਿਸਾਸ ਹੁੰਦੇ। ਮਤਲਬ ਆਪਾਂ ਜਾਂਦੇ ਹਾਂ ਨਾ, ਜਿਵੇਂ ਤੁਸੀਂ ਜਾਓਗੇ ਆਪਣੇ ਪੇਕੀ, ਤੁਹਾਡਾ ਭਰਾ ਤੁਹਾਨੂੰ ਸਤਿਕਾਰ ਨਾਲ ਸੂਟ ਬਣਾ ਕੇ ਦੇਵੇ ਜਾਂ ਤੁਹਾਨੂੰ ਕੋਈ ਸ਼ਗਨ ਦੇਵੇ, ਤਾਂ ਤੁਹਾਨੂੰ ਐਂ ਜੇ ਲੱਗੂ ਵੀ ਇਹ ਮੇਰਾ ਸਤਿਕਾਰ ਕਰਦਾ। ਵੀ ਅਕਸਰ ਉਹ ਘਰ ਤਾਂ ਧੀਆਂ ਦਾ ਹੀ ਹੁੰਦਾ ਨਾ, ਇਹ ਤਾਂ ਹੋਣਾ ਵੀ ਜੇ ਵਿਆਹ ਤਾਂ ਉਹ ਘਰ ਦੇ ਵਿੱਚ ਉਹਨਾਂ ਦਾ ਹੱਕ ਹੀ ਖਤਮ ਹੋ ਗਿਆ। ਤੇ ਜੇ ਹੁਣ ਧੀ ਜਾਂਦੀ ਹੈ ਪੇਕਿਆਂ ਦੇ ਘਰੇ,
ਤਾਂ ਉਹਦਾ ਭਰਾ ਭਰਜਾਈ ਉਹਨੂੰ ਬੁਲਾਉਂਦੇ ਹੀ ਨਹੀਂ ਕਿ ਤੁਹਾਨੂੰ ਐਂ ਲੱਗਦਾ ਵੀ ਘਰ ਤਾਂ ਮੇਰਾ ਹੀ ਸੀਗਾ ਤੇ ਮੇਰਾ ਇੱਥੇ ਕੁਝ ਹੈ ਹੀ ਨਹੀਂ ਗਿਆ। ਉਹ ਜਿਹੜੇ ਉਹ ਅਹਿਸਾਸ ਹੁੰਦੇ ਨੇ ਉਹ ਕੀਮਤੀ ਹੁੰਦੇ ਨੇ, ਉਹ ਸੋਹਣੇ ਹੁੰਦੇ ਨੇ। ਸਹੀ ਗੱਲ ਹੈ। ਤੇ ਜਿਵੇਂ ਸਾਡੇ ਜਿਹੜੇ ਮੇਰੇ ਬੇਬੇ ਬਾਪੂ ਜੀ ਸੀਗੇ ਹਨਾ, ਤਾਂ ਉਹਨਾਂ ਨੇ ਆਪਣਾ ਹਿੱਸਾ ਵੱਖਰਾ ਰੱਖਿਆ ਹੋਇਆ ਸੀਗਾ। ਮੈਨੂੰ ਅੱਜ ਤੱਕ ਵੀ ਯਾਦ ਆ ਵੀ ਉਹ ਦੋਨੋਂ 100 ਸਾਲ ਦੇ ਨੇੜੇ ਹੋ ਕੇ ਮਤਲਬ ਗਏ ਨੇ ਦੁਨੀਆ ਤੋਂ ਹਨਾ। ਤੇ ਮੈਨੂੰ ਹੁਣ ਤੱਕ ਵੀ ਇਹ ਚੀਜ਼ ਯਾਦ ਹੈ ਕਿ ਮੇਰੇ ਮੰਮੀ ਹੁਣਾਂ ਚੋਂ, ਮੇਰੇ ਤਾਈ ਜੀ ਹੁਣਾਂ ਚੋਂ ਕਿਸੇ ਦਾ ਰੋਹ ਇੰਨਾ ਨਹੀਂ ਸੀ ਹੁੰਦਾ ਜਿੰਨਾ ਸਾਡੀ ਬੀਜੀ ਦਾ ਹੁੰਦਾ ਸੀ ਹਨਾ। ਇਹ ਤਾਂ ਆਪਣੇ ਹੋਣੀ ਰੁਪਿੰਦਰ ਆਮ ਹੀ ਕਹਿ ਦਿੰਦੇ, ਜੇ ਕੋਈ ਬਜ਼ੁਰਗ ਮਾੜਾ ਜਿਹਾ ਰੋਹ ਨਾ ਬੋਲੇ ਤਾਂ ਕਹਿੰਦੇ ਇਹਦੇ ਕੋਲ ਮਾੜਾ ਮੋਟਾ ਖੱਤ 'ਚ ਕੋਈ ਨਾ ਕੋਈ ਹੋਊਗਾ ਨਾ। ਸਹੀ ਗੱਲ ਹੈ। ਤੇ ਮੈਨੂੰ ਲੱਗਦਾ ਕਿ ਇਹ ਚੀਜ਼ ਬੰਦੇ ਨੂੰ ਉਮਰ ਨੂੰ ਦੂਣਾ ਕਰ ਦਿੰਦੀ ਆ ਹਨਾ। ਇੱਕ ਚੀਜ਼ ਹੋਰ ਆ ਇਹਦੇ 'ਚ, ਜਿਵੇਂ ਆਪਾਂ ਨਾ ਇਹ ਨਹੀਂ ਸਮਝਦੇ ਹੈਗੇ ਵੀ ਜੇ ਆਪਣੇ ਨਿਆਣੇ ਚਾਹੇ 4 ਹੋਣ ਆਪਾਂ ਉਹਨਾਂ ਨੂੰ ਪਾਲ ਲੈਂਦੇ ਆ, ਪਰ ਜਦੋਂ ਮਾਂ ਪਿਓ ਦੀ ਗੱਲ ਆਉਂਦੀ ਆ ਫਿਰ ਸਾਨੂੰ ਉਹ ਦੋਵੇਂ ਬੋਝ ਲੱਗਣ ਲੱਗ ਜਾਂਦੇ ਨੇ ਹਨਾ। ਹੁਣ ਤੱਕ ਵੀ ਆਪਾਂ ਕਈ ਪਰਿਵਾਰਾਂ 'ਚ ਦੇਖਦੇ ਆਏ ਆ, ਖਾਸ ਕਰਕੇ ਪਿੰਡਾਂ 'ਚ, ਕਿ ਜਦੋਂ ਮੁੰਡੇ ਵਿਆਹੇ ਜਾਂਦੇ ਨੇ, ਆਪਣੇ ਆਪਣੇ ਪਰਿਵਾਰਾਂ ਵਾਲੇ ਹੋ ਜਾਂਦੇ ਆ, ਤਾਂ ਉਹ ਬਜ਼ੁਰਗਾਂ ਨੂੰ ਵੰਡਣਾ ਸ਼ੁਰੂ ਕਰ ਦਿੰਦੇ ਆ ਵੀ ਬਾਪੂ ਜੀ ਨੂੰ ਤੁਸੀਂ ਰੱਖ ਲਓ, ਬੀਜੀ ਨੂੰ ਅਸੀਂ ਰੱਖ ਲੈਂਦੇ ਹਾਂ ਨਾ। ਇਹ ਵੀ ਮੈਨੂੰ ਲੱਗਦਾ ਕਿ ਕਿੱਡੀ ਵੱਡੀ ਕਮੀ ਆ ਦੁਨੀਆ 'ਚ ਹਨਾ, ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਜਿਨ੍ਹਾਂ ਨੇ ਸਾਨੂੰ ਪਾਲਿਆ ਸੰਭਾਲਿਆ ਉਹਨਾਂ ਨੂੰ ਜੇ ਅਸੀਂ ਵੱਧ ਤੋਂ ਵੱਧ 20 ਸਾਲ ਸੰਭਾਲ ਵੀ ਲਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ। ਮੈਨੂੰ ਲੱਗਦਾ ਕਿ ਇੱਕ ਮੁੰਡੇ ਨੂੰ ਤੇ ਇੱਕ ਨੂੰਹ ਨੂੰ ਜਿੰਨਾ ਖਿਆਲ ਹੋਣਾ ਚਾਹੀਦਾ ਕਿ ਮੇਰੇ 2 ਬੱਚੇ ਨੇ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਣੀ ਆ, ਓਨਾ ਹੀ ਖਿਆਲ ਇਹ ਵੀ ਹੋਣਾ ਚਾਹੀਦਾ ਵੀ ਘਰ 'ਚ 2 ਬਜ਼ੁਰਗ ਨੇ ਉਹਨਾਂ ਨੂੰ ਵੀ ਨਿਆਣਿਆਂ ਜਿੰਨੀ ਸੋਹਣੀ ਜ਼ਿੰਦਗੀ ਮਿਲਣੀ ਚਾਹੀਦੀ ਆ। ਇੱਕ ਨਾ ਸੌਰੀ ਥੋੜੀ ਗੱਲ ਕੱਟਤੀ ਮੈਂ, ਗੁਰਦਾਸ ਮਾਨ ਦਾ ਗੀਤ ਆ ਇੱਕ, ਉਹਦੀ ਸ਼ੇਰ ਦੇ ਇੱਕ ਉਹ ਐਂ ਕਹਿੰਦਾ ਹੁੰਦਾ ਨਾ, ਬੱਚੇ ਪਾਲਣੇ ਸੌਖੇ ਨੇ ਔਖੇ ਪਾਲਣੇ ਮਾਪੇ। ਤੇ ਇਹ ਸੱਚੀ ਔਖੀ ਗੱਲ ਆ, ਮਾਪੇ ਪਾਲਣੇ ਸੱਚੀ ਹੀ ਔਖੇ ਆ, ਕਿਉਂਕਿ ਆਪਾਂ ਮਾਪਿਆਂ ਨੂੰ ਸੀਰੀਅਸ ਹੀ ਨਹੀਂ ਲੈਂਦੇਗੇ। ਆਮ ਤਾਂ ਆਪਣੇ ਘਰਾਂ 'ਚ ਕਹਿ ਦਿੰਦੇ ਵੀ ਬੰਦੇ ਬੁੱਢਾ ਹੋ ਕੇ ਜਵਾਕਾਂ ਵਰਗੇ ਬਣ ਜਾਂਦਾ ਹਨਾ, ਪਰ ਜਿੰਨਾ ਅਸੀਂ ਜਵਾਕਾਂ ਦੀ ਕੇਅਰ ਕਰਦੇ ਹਾਂ, ਜਵਾਕਾਂ ਦੀ ਦੇਖਭਾਲ ਕਰਦੇ ਹਾਂ, ਮਾਂ ਪਿਓ ਵੱਲੋਂ ਉਹਨਾਂ ਧਿਆਨ ਅਸੀਂ ਦਿੰਦੇ ਹੀ ਨਹੀਂ ਹੈਗੇ। ਇੱਕ ਹੋਰ ਸਮੱਸਿਆ ਹੈਗੀ ਜਿਹੜੀ ਮੈਂ ਦੇਖਦਾ ਹੁੰਦਾ ਵੀ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਕਿ ਜ਼ਿਆਦਾਤਰ ਮਾਵਾਂ ਬੁਢੇਪੇ ਜਦੋਂ ਬੁੱਢੀਆਂ ਹੋ ਜਾਂਦੀਆਂ ਆਪਣੀ ਧੀਆਂ ਕੋਲ ਚਲੇ ਜਾਂਦੀਆਂ ਨੇ, ਉਹ ਧੀਆਂ ਕੋਲ ਰਹਿੰਦੀਆਂ ਨੇ, ਉਹਨਾਂ ਦੇ ਪੁੱਤ ਉਹਨਾਂ ਨੂੰ ਸੰਭਾਲਣ ਨੂੰ ਹਟ ਜਾਂਦੇ ਆ ਨਾ। ਤਾਂ ਇਹ ਇੱਕ ਚੀਜ਼ ਹੈ ਕਿ ਹਰੇਕ ਜਿਹੜੀ ਨੌਂ ਹੁੰਦੀ ਹੈ ਨਾ, ਉਹਦੀ ਮਾਂ ਉਹਦੇ ਕੋਲ ਰਹਿੰਦੀ, ਮਤਲਬ ਉਹਦੀ ਮਾਂ ਉਹਦੇ ਕੋਲ ਰਹੂਗੀ, ਕਿ ਘਰ ਦੀ ਤਾਂ ਨੌਂ ਹੀ ਹੋਊਗੀ ਨਾ, ਉਹ ਆਪਣੀ ਸੱਸ ਨੂੰ ਨਹੀਂ ਸੰਭਾਲਦੀ, ਆਪਣੀ ਮਾਂ ਨੂੰ ਸੰਭਾਲ ਲੂਗੀ। ਹਾਂ ਬਿਲਕੁਲ। ਜੇ ਉਹ ਆਪਣੀ ਸੱਸ ਨੂੰ ਸੰਭਾਲਣ ਲੱਗ ਪੈਣ ਤਾਂ ਮਾਵਾਂ ਸਾਰੀ ਉਮਰ ਆਪਦੇ ਘਰੇ ਕੱਢਣ ਬੈਠ ਕੇ ਨਾ, ਉਹਨੂੰ ਦੂਜੇ ਘਰੇ ਨਾ ਜਾਣਾ ਪਵੇ। ਸਹੀ ਗੱਲ ਆ। ਤੇ ਇੱਕ ਚੀਜ਼ ਇਹ ਵੀ ਆ ਬਲਦੇਵ ਕਿ ਜਿਵੇਂ ਹੁਣ ਇਹ 'ਚ ਕਹਾਣੀ 'ਚ ਹੈ ਕਿ ਮੁੰਡਾ ਸ਼ਹਿਰ ਰਹਿੰਦਾ ਹਨਾ, ਮੈਨੂੰ ਲੱਗਦਾ ਵੀ ਜੇ ਸ਼ਾਇਦ ਉਹਦੇ ਜਵਾਕ ਨਾ ਹੁੰਦਾ, ਉਹਨੂੰ ਸ਼ਾਇਦ ਕਦੀ ਲੋੜ ਹੀ ਨਾ ਮਹਿਸੂਸ ਹੁੰਦੀ ਕਿ ਮੇਰੀ ਮਾਂ ਮੇਰੇ ਕੋਲ ਆਵੇ। ਇਹ ਵੀ ਬਹੁਤ ਵੱਡੀ ਗੱਲ ਹੈ ਕਿ ਅਸੀਂ ਕਈ ਵਾਰੀ ਜੇ ਅਸੀਂ ਸ਼ਹਿਰਾਂ 'ਚ ਰਹਿਣ ਲੱਗ ਜਾਂਦੇ, ਅਸੀਂ ਮਾਪਿਆਂ ਨੂੰ ਉਦੋਂ ਹੀ ਯਾਦ ਕਰਦੇ ਹਾਂ ਜਦੋਂ ਸਾਨੂੰ ਜ਼ਰੂਰਤ ਹੁੰਦੀ ਆ। ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਹੁਣ ਇਹ ਤੇਰਾ ਘਰ ਆ, ਤੇਰਾ ਹੱਕ ਬਣਦਾ, ਤੂੰ ਇੱਥੇ ਆ ਕੇ ਰਹਿ। ਮੈਨੂੰ ਯਾਦ ਆ ਮੇਰੇ ਇੱਕ ਭੂਆ ਜੀ ਨੇ, ਤੇ ਉਹਨਾਂ ਦੇ ਪਰਿਵਾਰ 'ਚੋਂ 2 ਮਤਲਬ ਉਹਨਾਂ ਦੇ ਵੱਡੇ ਜੇਠ ਉਹ ਸ਼ਹਿਰ ਰਹਿੰਦੇ ਸੀ, ਤਾਂ ਉਹ ਮੇਰੇ ਭੂਆ ਜੀ ਦੇ ਸੱਸ ਉਹਨਾਂ ਕੋਲੇ ਰਹਿੰਦੇ ਹੁੰਦੇ ਸੀ। ਤਾਂ ਉਹ ਕਈ ਵਾਰੀ ਜੇ ਅਸੀਂ ਜਾਣਾ, ਅਸੀਂ ਪੁੱਛਣਾ ਵੀ ਬਿਜ਼ੀ ਕਿੱਥੇ ਗਏ, ਉਹਨਾਂ ਨੇ ਕਹਿਣਾ ਵੀ ਉਹ ਫਲਾਣੀ ਜਗ੍ਹਾ ਤੇ ਗਏ ਹੋਏ ਆ ਵੱਡੇ ਵੀਰ ਜੀ ਉਹਨਾਂ ਕੋਲ, ਵੀ ਉਹਨਾਂ ਨੇ ਕਿਤੇ ਜਾਣਾ ਸੀਗਾ, ਮਤਲਬ ਉਹ ਘਰ ਸੰਭਾਲਣ ਲਈ ਗਏ ਹੋਏ ਨੇ ਹਨਾ। ਤੇ ਸਾਨੂੰ ਲੱਗਣਾ ਕਿ ਉਹ ਉਵੇਂ ਕਿਉਂ ਨਹੀਂ ਜਾ ਕੇ ਉਹਨਾਂ ਕੋਲੇ ਕਦੀ ਛੁੱਟੀਆਂ 'ਚ ਰਹਿੰਦੇ। ਤੇ ਇਹ ਚੀਜ਼ ਹੈਗੀ ਆ ਕਿ ਅੱਜ ਤੱਕ ਕਈ ਘਰਾਂ 'ਚ ਬਜ਼ੁਰਗ ਸਿਰਫ ਲੋੜ ਵੇਲੇ ਬੁਲਾਏ ਜਾਂਦੇ ਆ ਹਨਾ, ਉਹਨਾਂ ਨੂੰ ਲੱਗਦਾ ਜਦੋਂ ਸਾਨੂੰ ਲੋੜ ਆ। ਹੁਣ ਆਪਾਂ ਘਰਾਂ 'ਚ ਕੰਮ ਵਾਲੇ ਰੱਖਦੇ ਹਾਂ, ਆਪਾਂ ਨੂੰ ਵੀ ਪਤਾ ਕਿ ਸਾਡੇ ਨਿਆਣਿਆਂ ਨੂੰ ਉਨੀ ਬਿਹਤਰੀ ਨਾਲ ਨਹੀਂ ਸੰਭਾਲ ਸਕਦੇ ਜਿੰਨੀ ਪਿਆਰ ਨਾਲ ਜਾਂ ਜਿੰਨੀ ਮੁਹੱਬਤ ਨਾਲ ਸਾਡੇ ਮਾਂ ਪਿਓ ਸੰਭਾਲਦੇ ਨੇ ਨਾ। ਪਰ ਫਿਰ ਉੱਥੇ ਜਿਵੇਂ ਇਸ ਕਹਾਣੀ 'ਚ ਦਿਖਾਇਆ ਹੋਇਆ ਜਨਰੇਸ਼ਨ ਗੈਪ, ਸਾਨੂੰ ਇਹ ਲੱਗਦਾ ਕਿ ਇਹ ਸਾਡੇ ਨਿਆਣਿਆਂ ਨੂੰ ਪੁਰਾਣੀਆਂ ਚੀਜ਼ਾਂ ਸਿਖਾਈ ਜਾਂਦੇ ਨੇ ਜਿਹੜੀਆਂ ਕਿ ਸ਼ਾਇਦ ਹੁਣ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਪਰ ਮੈਨੂੰ ਯਾਦ ਨਹੀਂ ਹੈਗਾ ਕਿ ਕਿਹਨੇ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਜੇ ਘਰਾਂ 'ਚ ਬਜ਼ੁਰਗ ਤੁਹਾਡੇ ਬੱਚਿਆਂ ਨੂੰ ਸੰਭਾਲ ਰਹੇ ਨੇ ਤਾਂ ਤੁਹਾਡੇ ਨਿਆਣੇ ਕਦੇ ਵੀ ਕਿਸੇ ਹਾਲਾਤ 'ਚ ਖੁਦਕੁਸ਼ੀ ਨਹੀਂ ਕਰਨਗੇ। ਤੇ ਇਹ ਚੀਜ਼ ਨੌਕਰ ਤਾਂ ਨਹੀਂ ਨਾ ਦੇ ਸਕਦਾ ਤੁਹਾਡੇ ਨਿਆਣੇ ਨੂੰ। ਨੌਕਰ ਤਾਂ ਨਾ, ਨੌਕਰ ਕਹਿੰਦੇ ਨੌਕਰ ਦੀ ਆਪਣੇ ਨੂੰ ਕੋਈ ਭਾਵਨਾ ਨਹੀਂ ਜੁੜੀ ਹੁੰਦੀ, ਉਹਦੀ ਤਾਂ ਜੌਬ ਹੁੰਦੀ ਹੈ ਨਾ। ਜਿਵੇਂ ਆਪਾਂ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਇੱਕ ਪਾਸੇ ਤਾਂ ਬਾਗੀ ਲੋਕ ਹੁੰਦੇ ਸੀ, ਜਿਵੇਂ ਆਪਾਂ ਗੁਰੂ ਸਾਹਿਬ ਵੇਲੇ ਦੀ ਗੱਲ ਕਰ ਲਈਏ ਜਾਂ ਹੈ ਨਾ, ਵੀ ਜਿਨ੍ਹਾਂ ਨੇ ਜਿਹੜੇ ਨੌਕਰੀ ਨਹੀਂ ਕਰਦੇ ਹੁੰਦੇ ਸੀਗੇ, ਸ਼ਰਧਾ ਨਾਲ ਗੁਰੂ ਸਾਹਿਬ ਨਾਲ ਜੁੜੇ ਹੋਏ ਸੀਗੇ ਨਾ। ਇੱਕ ਪਾਸੇ ਉਹ ਹੁੰਦੇ ਸੀ ਜਿਹੜੇ ਪੈਸੇ ਲੈ ਕੇ ਨੌਕਰੀ ਲਈ ਫੌਜੀ ਬਣਦੇ ਸੀਗੇ ਨਾ। ਤਾਂ ਦੋਨਾਂ ਦੇ ਵਿੱਚ ਬਹੁਤ ਫਰਕ ਹੁੰਦਾ। ਇੱਕ ਬੰਦੇ ਨੇ ਸ਼ਰਧਾ ਨਾਲ ਕੋਈ ਕੰਮ ਕਰਨਾ, ਇੱਕ ਨੇ ਨੌਕਰੀ ਵਜੋਂ ਕਰਨਾ। ਤਾਂ ਉਹੀ ਏਡੀ ਵੱਡੀ ਗੱਲ ਨਾ, ਉਹੀ ਘਰ ਦੇ ਵਿੱਚ ਆ ਵੀ ਇੱਕ ਤਾਂ ਹੁਣ ਤੁਹਾਡੇ ਮਾਂ ਪਿਓ ਨੇ ਜਿਹੜੇ ਉਹਨਾਂ ਨੇ ਕਿਹੜਾ ਕੁਝ ਲੈਣਾ ਤੁਹਾਡੇ ਤੋਂ, ਉਹਨਾਂ ਦਾ ਤਾਂ ਖੂਨ ਆ ਉਹ ਨਾ। ਇੱਕ ਤਾਂ ਉਹ ਸੰਭਾਲ ਰਿਹਾ, ਇੱਕ ਬਸ ਇੱਕ ਨੌਕਰ ਆ ਜਿਹੜਾ ਸਿਰਫ ਡਿਊਟੀ ਕਰ ਰਿਹਾ, ਜਿਹੜੇ ਤੁਹਾਨੂੰ 5-8 ਘੰਟੇ ਸਿਰਫ ਡਿਊਟੀ ਕਰਨੀ ਆ। ਤੇ ਹੁਣ ਦੋਵਾਂ ਦੀ ਪਰਵਰਿਸ਼ ਦਾ ਫਰਕ ਤਾਂ ਹੋਊਗਾ। ਬਿਲਕੁਲ। ਤੇ ਸਭ ਤੋਂ ਜਿਹੜੀ ਸੋਹਣੀ ਚੀਜ਼ ਹੈ ਕਿ ਇਹ ਚੀਜ਼ ਇਹ ਦੱਸਦੀ ਆ ਕਿ ਨਾ ਤੁਹਾਡੇ ਮਾਪਿਓ ਤੁਹਾਡੀ ਲੋੜ ਵੇਲੇ ਵਰਤਣ ਵਾਲੀ ਚੀਜ਼ ਨੇ, ਤੇ ਨਾ ਹੀ ਇਹੋ ਜਿਹੀ ਨੇ ਕਿ ਤੁਸੀਂ ਅੱਜ ਉਹਨਾਂ ਦਾ ਕਮਾਇਆ ਹੋਇਆ ਸਭ ਕੁਝ ਸੰਭਾਲ ਲਓ ਤੇ ਫਿਰ ਤੁਸੀਂ ਉਹ ਤੁਹਾਡੇ ਹੱਥਾਂ ਵੱਲ ਦੇਖਦੇ ਰਹਿਣ ਹਨਾ। ਇੱਕ ਵਾਰੀ ਨਾ ਰੁਪਿੰਦਰ, ਮੈਂ ਨਾ ਜਦੋਂ ਹੁਣ ਘੁੰਮਣਾ ਸ਼ੁਰੂ ਕੀਤਾ ਤੇ ਮੈਨੂੰ ਲੱਗਿਆ ਵੀ ਘਰੇ ਤੇ ਮੈਂ ਤਾਂ ਘਰੇ ਰਹਿੰਦਾ ਨਹੀਂ, ਵੀ ਪਹਿਲੀ ਠੇਕੇ ਤੇ ਦੇ ਦਈਏ ਨਾ। ਤੇ ਘਰੇ ਮੈਂ ਬਾਪੂ ਨੂੰ ਕਹਿੰਦਾ, ਬਾਪੂ ਪਹਿਲੀ ਆਪਾਂ ਠੇਕੇ ਤੇ ਦੇ ਦਈਏ, ਵੀ ਤੂੰ ਕੱਲਾ ਔਖਾ ਹੋਵੇਂਗਾ ਵੀ ਨਹੀਂ ਕਰਨਾ ਕੰਮ।
ਤਾਂ ਬਾਪੂ ਲੜ ਪਿਆ ਮੇਰੇ ਨਾਲ, ਜਿਵੇਂ ਬਜ਼ੁਰਗ ਕਰਦੇ ਹੁੰਦੇ ਵੀ ਤੁਸੀਂ ਵੱਡੇ ਆ ਗਏ ਨਵੇਂ ਪੜ੍ਹੇ ਲਿਖੇ ਅੱਜ ਕੱਲ੍ਹ ਦੇ ਨਾ, ਨਹੀਂ ਤੇ ਮੈਨੂੰ ਨਾ ਫੀਲ ਜਿਹਾ ਹੋਇਆ ਅਜੀਬ ਜਿਹਾ, ਮੈਨੂੰ ਕਹਿੰਦਾ ਮੇਰਾ ਤਾਂ ਦਿਮਾਗ ਹਿੱਲ ਜੂ ਜੇ ਮੈਂ ਖੇਤ ਨਾ ਗਿਆ ਤਾਂ ਬਾਪੂ ਕਹਿੰਦਾ। ਤਾਂ ਮੈਨੂੰ ਇਹ ਲੱਗੇ ਹੁਣ ਆਪਣੇ ਕੋਲੇ ਫੋਨ ਹੁੰਦੇ ਆ ਨਾ, ਜੇ ਫੋਨ ਖਰਾਬ ਹੋ ਜੇ 2-3 ਦਿਨ ਤਾਂ ਆਪਾਂ ਕਿੰਨੇ ਪਰੇਸ਼ਾਨ ਹੋ ਜਾਂਦੇ ਹਾਂ ਆਪਾਂ ਵੀ ਆਪਣਾ ਵੀ। ਮੈਨੂੰ ਇਹ ਲੱਗੇ ਵੀ ਜਿਵੇਂ ਮੈਂ ਪਰੇਸ਼ਾਨ ਹੁੰਦਾ ਜਦੋਂ ਮੇਰੇ ਕੋਲ ਫੋਨ ਗਵਾਚ ਜੇ ਆਪਣਾ ਜਾਂ ਫੋਨ ਬੰਦ ਹੋ ਜਾਏ ਨਾ, ਤਾਂ ਵੀ ਸ਼ਾਇਦ ਇਹਨਾਂ ਦੀ ਉਨੀ ਹੀ ਅਟੈਚਮੈਂਟ ਜ਼ਮੀਨ ਨਾਲ ਉਦੋਂ ਵੀ ਵੱਧ ਆ ਵੀ ਸੱਚੀ ਦਿਮਾਗ ਹਿੱਲ ਜੂਗਾ ਜੇ ਉਹਨੂੰ ਬੰਦੇ ਤਾਂ ਆਪਾਂ ਜ਼ਮੀਨ ਖੋਲ ਗਏ ਤਾਂ। ਕਿਉਂਕਿ ਨਿੱਕੇ ਨਿੱਕੇ ਹੁੰਦੇ ਨੇ, ਮਤਲਬ ਹੁਣ ਤਾਂ ਆਪਾਂ ਪੜ੍ਹਦੇ ਲਿਖਦੇ ਨੇ, ਉਦੋਂ ਤਾਂ ਸਿੱਧਾ ਖੇਤ ਹੀ ਕੰਮ ਕਰਨ ਲੱਗਦੇ ਸੀਗੇ। ਮਤਲਬ ਕੋਈ 10 ਸਾਲ ਦਾ ਲੱਗ ਗਿਆ, ਕੋਈ 8 ਸਾਲ ਦਾ, ਕੋਈ 12 ਸਾਲ ਦਾ ਖੇਤ ਜਾਣ ਲੱਗ ਗਿਆ, ਤੇ ਬੰਦਾ 70 ਸਾਲ ਤੱਕ ਉਸੇ ਖੇਤ 'ਚ ਲਗਾਤਾਰ ਜਾ ਰਿਹਾ, ਤੇ ਇੱਕ ਸਮਾਂ ਇਹੋ ਜਿਹਾ ਜੇ ਆਪਾਂ ਨੂੰ ਕਹਿ ਦੀ ਵੀ ਹੁਣ ਆਪਾਂ ਖੇਤ ਨਹੀਂ, ਤੂੰ ਨਹੀਂ ਖੇਤ ਜਾਣਾਗੇ, ਤਾਂ ਮਾਨਸਿਕ ਤੌਰ ਤੇ ਕਿੰਨਾ ਟੁੱਟ ਜੂਗਾ। ਤਾਂ ਉਦੋਂ ਬਾਅਦ ਮੈਂ ਹੁਣ ਇਹ ਸੋਚਿਆ ਹੋਇਆ ਵੀ ਕੁਛ ਬਚੇ ਨਾ ਬਚੇ, ਕੋਈ ਨੁਕਸਾਨ ਹੋਵੇ ਨਫਾ ਹੋਵੇ, ਵੀ ਇਹਨਾਂ ਤੋਂ ਜ਼ਮੀਨ ਨਹੀਂ ਖੋਣੀ, ਜ਼ਮੀਨ ਤਾਂ ਇਹਨਾਂ ਦੀ ਖੇਡ ਆ, ਬੁਢੇਪੇ ਦੇ ਵਿੱਚ ਉਹ ਖੇਡ ਆ ਜ਼ਮੀਨ, ਉਹਨੂੰ ਖੇਡੀ ਜਾਂਦੇ, ਉਹਦੇ ਨਾਲ ਕੋਈ ਗੱਲ ਨਹੀਂ। ਤਾਂ ਐਂ ਇਹ ਕਹਾਣੀਆਂ, ਹੁਣ 100 ਰੁਪਏ ਮਿਲਦਾ ਮਹੀਨੇ ਦਾ ਹਨਾ, ਇਹ ਐਂ ਜੇ ਲਾ ਲਓ ਜਿਵੇਂ ਹੁਣ ਆਪਣੇ ਕਹਿ ਦਈਏ ਵੀ ਪੈਨਸ਼ਨ ਮਿਲਦੀ ਹੈ ਜਾਂ ਬੁਢੇਪਾ ਪੈਨਸ਼ਨ ਮਿਲਦੀ ਹੈ ਜਾਂ ਜਿਹੜੇ ਬੁਢੇ ਆਉਂਦੇ ਵਿਧਵਾ ਪੈਨਸ਼ਨ ਕੁਛ ਵੀ ਆਉਂਦੇ ਆ ਨਾ, ਵੀ ਉਹੀ ਪੈਨਸ਼ਨ ਦਾ ਰੂਪ ਹੈ ਇੱਕ। ਉਹ ਖਾਤੇ 'ਚ 1200 ਰੁਪਏ 1500 ਰੁਪਏ ਆਉਂਦਾ, ਤੇ ਜਿੱਦਣ ਉਹ ਪੈਸੇ ਖਾਤੇ 'ਚ ਆਉਂਦੇ ਹੁੰਦੇ ਨਾ, ਉਦੋਂ ਆਪਣੀਆਂ ਮਾਵਾਂ ਦੇ ਚਿਹਰੇ ਦਾ ਮਤਲਬ ਜਲੌਈ ਦੇਖਣ ਵਾਲਾ ਹੁੰਦਾ ਨਾ, ਚਾਅ ਹੁੰਦਾ ਉਹਨਾਂ ਨੂੰ। ਤੇ ਉਹਨਾਂ ਨੇ ਕਿੰਨੇ ਚਾਅ ਬੁਣੇ ਹੁੰਦੇ ਵੀ ਜਦੋਂ ਮੇਰੀ ਆਹ ਪੈਨਸ਼ਨ ਆਊਗੀ ਮੈਂ ਪੋਤੇ ਨੂੰ ਸੂਟ ਲੈ ਕੇ ਦੇਵਾਂਗੀ ਨਾ, ਮੈਂ ਆਪਣੀ ਧੀ ਨੂੰ ਸੂਟ ਲੈ ਕੇ ਦੇਵਾਂਗੀ, ਮੈਂ ਚੱਪਲਾਂ ਨਵੀਆਂ ਲੈ ਕੇ ਆਊਂਗੀ, ਜਾਂ ਕਈ ਹੁੰਦਾ ਵੀ ਮੈਂ ਫਲਾਣੇ ਬਾਬੇ ਨੂੰ ਮੰਨਦੀ ਵੀ ਉਹਨੂੰ ਸੁੱਖ ਦੇ ਕੇ ਆਊਂਗੀ ਕੁਛ ਵੀ ਉਹਨੂੰ। ਉਹ 1200-1500 ਰੁਪਈਆ ਨੂੰ ਆਪਾਂ 1200-1500 ਰੁਪਈਆ ਨਾ ਰੱਖੀਏ, ਉਹ 1200-1500 ਰੁਪਈਆ ਉਹਨਾਂ ਦੀਆਂ ਖੁਸ਼ੀਆਂ ਹੁੰਦੀਆਂ ਨੇ ਨਾ, ਕਿੰਨਾ ਕੁਛ ਜੁੜਿਆ ਹੁੰਦਾ ਉਹਦੇ ਨਾਲ। ਵੈਸੇ ਮੈਨੂੰ ਲੱਗਦਾ ਪੈਸਾ ਬੰਦੇ ਨੂੰ, ਜਿਵੇਂ ਆਪਾਂ ਕਿਹਾ ਵੀ ਦੂਣਾ ਕਰ ਦਿੰਦਾ, ਤੇ ਉਹਨੂੰ ਲੱਗਦਾ ਕਿ ਜੇ ਮੈਨੂੰ ਇਹ 92 ਰਕਮ ਹੀ ਮਿਲਦੀ ਰਹੂਗੀ, ਮੈਂ ਸ਼ਾਇਦ ਕਿਸੇ ਤੇ ਨਿਰਭਰ ਨਹੀਂ ਹੋਣਾ ਹਨਾ ਜ਼ਿੰਦਗੀ 'ਚ। ਤੇ ਜਿਵੇਂ ਤੂੰ ਕਿਹਾ ਕਿ ਉਹਨਾਂ ਨੂੰ ਉਹੀ ਬਹੁਤ ਜ਼ਿਆਦਾ ਵੱਡੀ ਰਕਮ ਹੁੰਦੀ ਹੈ, ਉਹਨਾਂ ਨੇ ਆਪਣੇ ਕਿੰਨੇ ਛੋਟੇ ਛੋਟੇ ਚਾਅ ਪੂਰੇ ਕਰਨੇ ਹੁੰਦੇ ਆ। ਜਿਵੇਂ ਮੈਂ ਕਹਿ ਰਹੀ ਸੀ ਕਿ ਉਹ ਜਿਹੜੀਆਂ ਜਨਾਨੀਆਂ ਜਿਨ੍ਹਾਂ ਦੇ ਆਪਦੇ ਖਾਤਿਆਂ 'ਚ ਪੈਸੇ ਆਉਂਦੇ ਨੇ, ਉਹਨਾਂ ਦੇ ਵੀ ਚਿਹਰੇ ਦੇ ਨੂਰ ਵੱਖਰੇ ਹੁੰਦੇ, ਕਿਉਂਕਿ ਜਦੋਂ ਤੁਹਾਡਾ ਜੀ ਕਰਦਾ ਕੋਈ ਤੁਸੀਂ ਚੀਜ਼ ਲੈ ਆਓ। ਆਪਣੇ ਘਰਾਂ 'ਚ ਉਹ ਵੀ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਸ਼ਹਿਰ ਗਏ, ਉਹ ਆਪਣੇ ਘਰ ਵਾਲਿਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਵੀ ਸਾਨੂੰ 2 ਸੂਟ ਲਿਆ ਦਿਓ, ਛਮਾਈ ਮੇਰੀ ਲੰਘ ਜੂਗੀ ਇਹਦੇ ਨਾਲ, ਹੈ ਨਾ। ਅਤੇ ਕਿੱਥੇ ਤੁਸੀਂ ਜਦੋਂ ਤੁਹਾਡੀ ਇੱਛਾ ਤੁਸੀਂ ਜਾ ਕੇ ਲੈ ਆਉਣਾ। ਹੁਣ ਕਿੰਨੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਘਰਾਂ 'ਚ ਨੇ, ਉਹਨਾਂ ਦੇ ਚਿਹਰਿਆਂ 'ਤੇ ਤੁਹਾਨੂੰ ਉਹ ਚਮਕ ਨਹੀਂ ਦਿਸਦੀ ਜਿਹੜੀ ਚਾਹੇ ਕੋਈ 10,000 'ਤੇ ਕੰਮ ਕਰਨ ਵਾਲੀ ਕੁੜੀ ਆ, ਉਹਨੂੰ ਲੱਗਦਾ ਹੁੰਦਾ ਕਿ ਮੇਰਾ ਪੈਸਾ ਮੈਂ ਜਿੱਥੇ ਮਰਜ਼ੀ ਵਰਤ ਸਕਦੀ ਹਾਂ ਨਾ। ਅਤੇ ਇਹ ਗੱਲ ਹੈ ਵੀ ਇਹ ਸਿਰਫ ਜਾ ਕੇ ਸਾਡੇ ਬਜ਼ੁਰਗਾਂ ਤੱਕ ਹੈ ਕਿ ਹਾਂ ਜਦੋਂ ਉਹਨਾਂ ਕੋਲੇ ਆਪਦਾ ਹੁੰਦਾ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਹੁਣ ਮੈਨੂੰ ਦੁਨੀਆ 'ਤੇ ਸ਼ਾਇਦ ਕਿਸੇ ਦੀ ਉਹੋ ਜਿਹੀ ਲੋੜ ਨਹੀਂ ਜਿਹੋ ਜਿਹੀ ਜੇ ਮੇਰੇ ਕੋਲ ਪੈਸੇ ਨਾ ਹੋਣ। ਇਹਨਾਂ ਰੁਪਿੰਦਰ ਮੈਂ ਅੱਗੇ ਵੀ ਸ਼ਾਇਦ ਬਹੁਤ ਵਾਰੀ ਮੈਂ ਇੱਕ ਦੋ ਤਾਂ ਆਪਾਂ ਇਸ ਐਪੀਸੋਡ 'ਚ ਵੀ ਗੱਲ ਕਰ ਹਟਿਆ ਪਹਿਲਾਂ 'ਚ ਵੀ, ਪਹਿਲਾਂ ਵੈਸੇ ਵੀ ਸ਼ਾਇਦ ਆਪਣੀ ਬਹੁਤ ਵਾਰ ਗੱਲ ਹੋਈ ਆ, ਉਹ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਹਰੇਕ ਥਾਵਾਂ ਜਗ੍ਹਾ 'ਤੇ ਵੀ ਤੁਹਾਡੇ ਭਰਾਵਾਂ ਕੋਲੇ ਇੱਕ ਔਰਤ, ਉਹਦੇ ਭਰਾਵਾਂ ਕੋਲੇ ਚਾਹੇ 50 ਕਿੱਲੇ ਪੈਲੀ ਆ, ਉਹਦੇ ਘਰ ਵਾਲੇ ਕੋਲੇ ਵੀ 50 ਕਿੱਲੇ ਪੈਲੀ ਆ, ਪਰ ਉਹ ਉਹਦੀ ਨਹੀਂ ਹੁੰਦੀ, ਔਰਤ ਦੀ ਨਹੀਂ ਹੁੰਦੀ ਗੀ। ਔਰ ਕਿਉਂਕਿ ਔਰਤ ਆਪਾਂ ਕਹਿ ਦਿੰਦੇ ਆ ਵੀ ਉਹਦੇ ਕੋਲ ਤਾਂ ਉਹਦੇ ਘਰ ਵਾਲੇ ਕੋਲ ਇੰਨੀ ਪੈਲੀ ਆ ਨਾ, ਉਹ ਉਹਦੀ ਨਹੀਂ ਹੁੰਦੀ ਕਿਉਂਕਿ ਉਹਦੀ ਤਾਂ ਉਹਦਾ ਕੋਈ ਜ਼ੋਰ ਨਹੀਂ ਹੁੰਦਾ ਗਿਆ, ਉਹਦਾ ਤਾਂ ਉਹੀ ਹੁੰਦਾ ਜਿਹੜਾ ਉਹਦੇ ਕੋਲੇ ਹੁੰਦਾ। ਹੁਣ ਇੱਕ ਪਾਸੇ ਇਹ ਆ ਕਿ ਉਹਦੇ ਕਿਸੇ ਦੇ ਹਸਬੈਂਡ ਉਹਦੇ ਕੋਲ 20, 25 ਜਾਂ 30 ਕਿੱਲੇ ਪੈਲੀ ਆ ਨਾ, ਉਹ ਘਰੇ ਕੰਮ ਕਰ ਰਹੀ ਆ, ਔਰਤ ਹਾਊਸ ਵਾਈਫ ਆ, ਉਦੋਂ ਹੋਰ ਉਹਨੂੰ ਅਚਾਨਕ ਕੋਈ ਨੌਕਰੀ ਮਿਲ ਜਾਂਦੀ ਆ, ਚਾਹੇ ਉਹ 10,000 ਰੁਪਏ ਤਨਖਾਹ ਤੇ ਹੋਵੇ ਨਾ, ਤੇ ਉਦੋਂ ਉਹੀ ਔਰਤ ਉਹਦਾ ਮਤਲਬ ਸਾਰਾ ਕੁਝ ਬਦਲ ਜਾਂਦਾ। ਉਦੋਂ ਉਹ ਜਦੋਂ ਆਪਾਂ ਕੋਈ ਨਿੱਕੀਆਂ ਨਿੱਕੀਆਂ ਲੋੜਾਂ, ਇੱਕ ਤਾਂ ਇਹ ਕਿ ਜਵਾਬ ਖਤਮ ਹੋ ਜਾਂਦੇ ਨਾ ਵੀ ਤੂੰ ਕਿੱਥੇ ਲਾਉਣੇ, ਤੂੰ ਕੀ ਕਰਨੇ ਆ, ਇੱਕ ਜਿਹੜੀ ਆਪ ਦੀ ਕਮਾਈ ਹੁੰਦੀ ਹੈ, ਜਿਹੜੇ ਆਪਦੇ ਕੋਲੇ ਪੈਸੇ ਹੁੰਦੇ, ਉਹਦੀ ਫੀਲਿੰਗ ਹੀ ਅਲੱਗ ਹੁੰਦੀ ਆ। ਮੈਨੂੰ ਐਂ ਲੱਗਿਆ ਜਿਵੇਂ ਤੂੰ ਮੇਰੀ ਗੱਲ ਕਰ ਨਹੀਂ, ਇਹ ਸੱਚੀ ਗੱਲ ਹੈ। ਔਰਤ ਦੀ ਆਪਾਂ ਪੈਸੇ ਦਾ, ਜੇ ਆਪਾਂ ਪੈਸੇ ਦੀ ਸਾਈਕੋਲੋਜੀ ਪੜ੍ਹੀਏ ਨਾ, ਪੈਸੇ ਦੀ ਸਾਈਕੋਲੋਜੀ ਬਹੁਤ ਸੋਹਣੀ ਹੈ। ਪੈਸਾ ਬੰਦੇ ਨੂੰ ਕਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਫਿਲਮ ਵਾਲੇ ਐਕਟਰ ਜਾਂ ਹੋਰ ਜਿਹੜੇ ਅਮੀਰ ਬੰਦੇ ਉਹ ਬੁੱਢੇ ਨਹੀਂ ਹੁੰਦੇ ਨਾ, ਉਹ ਕਿਉਂ ਨਹੀਂ ਬੁੱਢੇ ਹੁੰਦੇ ਹੈਗੇ? ਕਿਉਂਕਿ ਉਹਨਾਂ ਨੂੰ ਝੋਰਾ ਹੀ ਨਹੀਂ ਹੁੰਦਾ ਕੋਈ ਵੀ। ਤੁਹਾਡੇ ਕੋਲੇ ਪੈਸਾ ਬਹੁਤ ਵੱਡੀ ਪਾਵਰ ਹੈ ਇੱਕ, ਠੀਕ ਆ। ਹਾਂ, ਪੈਸੇ 'ਚ ਤੁਸੀਂ ਗਵਾਚੋ ਨਾ, ਪਰ ਤੁਹਾਡੇ ਕੋਲੇ ਇੰਨਾ ਕੁ ਹੋਣਾ ਚਾਹੀਦਾ ਵੀ ਤੁਸੀਂ ਆਪਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਪੂਰੀਆਂ ਕਰ ਸਕੋ। ਤੇ ਆਪਣੀਆਂ ਜਿਵੇਂ ਹੁਣ ਕੁੜੀਆਂ ਹੁੰਦੀਆਂ ਨੇ, ਜਿਵੇਂ ਕੁੜੀਆਂ ਮੈਂ ਕਹਿਣਾ ਤੁਸੀਂ ਜਿੰਨਾ ਮਰਜ਼ੀ ਪੜ੍ਹਾ ਲਓ ਉਹਨੂੰ, ਕੁਝ ਉਹ ਅਲੱਗ ਚੀਜ਼ ਆ, ਪਰ ਕੁੜੀਆਂ ਨੂੰ ਵਿਆਹਣ ਤੋਂ ਪਹਿਲਾਂ ਇੱਕ ਇਹੋ ਜਿਹੇ ਕੰਮ ਜ਼ਰੂਰ ਸਿਖਾਓ ਜਿਹਦੇ ਨਾਲ ਉਹ ਪੈਸੇ ਕਮਾਉਣ ਜੋਗੀਆਂ ਹੋ ਜਾਣ, ਚਾਹੇ ਉਹ ਪ੍ਰਾਈਵੇਟ ਹੀ ਹੋਵੇ। ਸਹੀ ਗੱਲ। ਮੈਂ ਬਹੁਤ ਸਾਲ ਪਹਿਲਾਂ ਨੌਕਰੀ ਨਹੀਂ ਸੀ ਕੀਤੀ ਹੈ ਨਾ, ਤੇ ਮੈਨੂੰ ਘਰੇ ਕੋਈ ਨਹੀਂ ਰੋਕਦਾ ਟੋਕਦਾ, ਚਾਹੇ ਮੈਂ 1 ਰੁਪਈਆ ਖਰਚਾਂ, ਚਾਹੇ ਮੈਂ ਲੱਖ ਰੁਪਏ ਖਰਚਾਂ ਨਾ। ਤੇ ਪਰ ਜਦੋਂ ਤੁਸੀਂ ਆਪਣੇ ਪੈਸੇ ਖਰਚਦੇ ਹੋ ਨਾ, ਚਾਹੇ ਉਹ ਤੁਸੀਂ 10 ਰੁਪਏ ਦੀ ਚੀਜ਼ ਲਿਆਉਂਦੇ ਹੋ, ਤੁਹਾਨੂੰ ਘਰੇ ਆ ਕੇ ਐਂ ਲੱਗਦਾ ਹੁੰਦਾ ਕੋਈ ਪੁੱਛਣ ਵਾਲਾ ਨਹੀਂ ਹੈਗਾ, ਹੈ ਨਾ। ਤੇ ਉਹ ਬਹੁਤ ਵਧੀਆ ਚੀਜ਼ ਆ। ਤੁਸੀਂ ਆਪਣੇ ਕਿਸੇ ਭੈਣ ਭਰਾ ਨਾਲ ਵਰਤਦੇ ਹੋ, ਤੁਹਾਨੂੰ ਪੁੱਛਣਾ ਨਹੀਂ ਪੈਂਦਾ। ਚਲੋ ਹਾਂ, ਆਪਣੇ ਘਰਾਂ 'ਚ ਰੱਬ ਦਾ ਸ਼ੁਕਰ ਹੈ ਕਿ ਇਹੋ ਜਿਹਾ ਕੋਈ ਜੀਅ ਨਹੀਂ ਹੁੰਦੇ ਵੀ ਉਹ ਤੁਹਾਨੂੰ ਛੋਟੀ ਛੋਟੀ ਗੱਲ 'ਤੇ ਰੋਕਾ ਟੋਕੀ ਕਰਦੇ ਨੇ।
ਪਰ ਜਦੋਂ ਕਿਸੇ ਨੂੰ ਲੋੜ ਪੈਂਦੀ ਹੈ ਕਈ ਤਾਂ ਮੇਰੇ ਕੋਲ ਹੈਗੇ ਮੇਰੇ ਤੋਂ ਲੈ ਲਓ, ਤਾਂ ਕਿੱਡੀ ਵੱਡੀ ਗੱਲ ਹੈ ਨਾ, ਬਹੁਤ ਚੰਗਾ ਲੱਗਦਾ ਇਹ ਸਭ। ਘਰਾਂ 'ਚ ਮੈਨੂੰ ਸੋਹਣਾ ਲੱਗਦਾ ਹੁੰਦਾ ਸ਼ਬਦ ਜੋ ਗੋਜੀ ਕਰਨਾ ਨਾ, ਇਹ ਫਲਾਣੇ ਬਹੁਤ ਗੋਜੀ, ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ ਵੀ ਉਹ ਤਾਂ ਗੋਜੀ ਨਾਲ ਜੁੜੇ ਹੋਏ ਪੈਸੇ ਉਹਦੇ, ਤਾਂ ਐਂ ਕਰਨਾ ਵੀ ਉਹ ਗੋਜੀ ਵੀ ਕਿਸੇ ਦੇ ਇੱਥੋਂ ਹੀ ਨਿਕਲੀ, ਵੀ ਉਹਨਾਂ ਨੂੰ ਹੋਰ ਤਾਂ ਉਹਨਾਂ ਕੋਲ ਰਾਹ ਨਹੀਂ ਹੁੰਦਾ ਕੋਈ ਵੀ, ਤੇ ਫਿਰ ਉਹਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਐਂ ਹੁੰਦਾ ਵੀ ਆਪਾਂ ਮਾੜੇ ਮੋਟੇ ਜੋੜ ਲਈਏ ਹਨਾ। ਉਹ ਵੀ ਇੱਕ ਤਰ੍ਹਾਂ ਨਾਲ ਗੋਜੀ ਵਾਲਾ ਵੀ ਸੇਵਿੰਗ ਅਕਾਊਂਟ ਹੀ ਹੁੰਦਾ, ਉਹਨੂੰ ਕਿਤੋਂ ਵੀ ਉਹਨਾਂ ਨੂੰ 100 ਕੱਢਿਆ, ਕਿਤੋਂ ਉਹਨੇ 50 ਕੱਢੇ, ਕਿਤੇ 500 ਕੱਢਿਆ, ਕਿਤੇ ਕਈ ਵਾਰ ਇੱਥੋਂ ਤੱਕ ਜਾ ਵੜਦੇ ਵੀ ਜੇ ਘਰੇ ਕਣਕ ਪਈ ਆ ਬੋਲ, ਤਾਂ ਕਣਕ ਦੇ ਵਿੱਚੋਂ ਵੀ 2 ਬੋਰੀਆਂ ਪਾਸੇ ਵੇਚ ਕੇ ਬੁੜੀਆਂ ਪੈਸੇ ਰੱਖ ਲੈਂਦੀਆਂ ਵੀ ਕਿਹੜੀ ਲੋੜ ਪੈਂਦੀ ਹੈ ਕਿਤੇ ਨਾ ਕਿਤੇ ਨਾ। ਤੇ ਇਹ ਕਹਾਣੀ ਦੇ ਵਿੱਚੋਂ ਇੱਕ ਹੋਰ ਦੇਖੋ ਤੂੰ ਲੇਖ, ਮੈਨੂੰ ਤਾਂ ਹੁੰਦਾ ਲੇਖ ਤੇ ਸਾਰਾ ਕੁਝ ਸੋਚ ਕੇ ਹੀ ਕਰਦੇ, ਸੋਚ ਕੇ ਹੀ ਲਿਖਦੇ। ਉੱਥੇ ਉਹਨੇ ਕਰੈਕਟਰ ਵੀ ਔਰਤ ਦਾ ਲਿਆ ਨਾ, ਉਹ ਬਜ਼ੁਰਗ ਮਤਲਬ ਹੋਰ ਵੀ ਕਰੈਕਟਰ ਲੈ ਸਕਦੇ ਸੀ, ਪਰ ਉਹਨੇ ਉਹ ਔਰਤ ਦਾ ਕਰੈਕਟਰ ਲਿਆ, ਉਹਦੇ ਨਾਲ ਉਹ ਪੈਨਸ਼ਨ ਦਾ ਸਾਰਾ ਕੁਝ ਜੋੜਿਆ ਹੋਇਆ। ਤੇ ਸੱਚੀ ਬੜੇਪੇ 'ਚ ਆ ਕੇ, ਕਿਉਂਕਿ ਬੰਦਿਆਂ ਕੋਲੇ ਬਹੁਤ ਕੁਝ ਹੁੰਦਾ, ਬੰਦਿਆਂ ਦਾ ਬਾਹਰ ਅੰਦਰ ਵੀ ਸਰਕਲ ਹੁੰਦਾ, ਸਹਿਚਾਰ ਹੁੰਦਾ। ਹੁਣ ਤਾਂ ਜੋ ਕੁੜੀਆਂ ਪੜ੍ਹ ਲਿਖ ਗਈਆਂ, ਨੌਕਰੀਆਂ ਕਰਨ ਲੱਗ ਪਈਆਂ, ਇਹਨਾਂ ਦਾ ਵੀ ਸਰਕਲ ਬਣ ਗਿਆ, ਜਿਵੇਂ ਤੁਸੀਂ ਗੱਲ ਕਰਕੇ ਖੜੀਆਂ ਵੀ ਲੈਣ ਦੇਣ ਚੱਲ ਪਿਆ ਉਸ ਵੇਚ ਦੇ ਨਾ। ਤੇ ਪਹਿਲਾਂ ਮਤਲਬ ਔਰਤ ਕੋਲ ਤਾਂ ਕੋਈ ਸਹਾਰਾ ਹੀ ਨਹੀਂ ਹੁੰਦਾ ਸੀਗਾ। ਸਾਡੇ ਪਿੰਡ ਇੱਕ ਪਰਿਵਾਰ ਆ, ਮੈਂ ਜਦੋਂ ਛੋਟੀ ਜਿਹੀ ਸੀਗੀ 10-11 ਸਾਲ ਦੀ, ਮੈਨੂੰ ਅੱਜ ਤੱਕ ਵੀ ਉਹ ਚੀਜ਼ ਯਾਦ ਹੈ। ਉਹ ਨਾ ਬਾਬਾ ਜੀ ਕੱਪੜੇ ਸੀਂਦੇ ਸੀਗੇ, ਤੇ ਸਾਡੇ ਪਿੰਡ ਬੜਾ ਵੱਡਾ ਬੋਰਡ ਲੱਗਿਆ, ਉਹਦੇ ਥੱਲੇ ਉਹਨਾਂ ਦੀ ਦੁਕਾਨ ਹੁੰਦੀ ਸੀ। ਤੇ ਉਹ ਜਦੋਂ ਬੀਬੀ ਉਹਨਾਂ ਦੇ ਘਰੋਂ ਜਿਹੜੇ ਸੀਗੇ ਉਹ ਬਜ਼ੁਰਗ ਜਦੋਂ ਪੂਰੇ ਹੋਏ ਬੀਬੀ ਜੀ, ਤਾਂ ਉਹ ਕਹਿੰਦੇ ਵੀ ਉਹਨਾਂ ਨੇ ਨਾ ਭੂਕਣੇ 'ਚ ਪੈਸੇ ਤੁੰਨ ਕੇ ਰੱਖੇ ਹੋਏ ਸੀਗੇ, ਜਿਹੜਾ ਆਪਾਂ ਅੱਗ ਬਾਲਦੇ ਆ ਨਾ ਫੂਕਾ ਮਾਰ-ਮਾਰ। ਤੇ ਸਾਡਾ ਅੱਧਾ ਪਿੰਡ ਉਹ ਭੂਕਣਾ ਦੇਖਣ ਗਿਆ ਸੀਗਾ ਕਿ ਕਹਿੰਦੇ ਉਹਨਾਂ ਦੀ ਬੀਬੀ ਨੇ ਭੂਕਣੇ 'ਚ ਬਹੁਤ ਪੈਸੇ ਇਕੱਠੇ ਕੀਤੇ ਉਹਨੇ। ਮਤਲਬ ਮੈਨੂੰ ਲੱਗਦਾ ਕਿ ਉਹ ਜਿਹੜੀ ਗੱਲ ਤੂੰ ਕਹੀ ਵੀ ਕੋਈ ਨਾ ਕੋਈ ਆਪਣੀ ਗੁਠਲੀ ਕਿਤੇ ਨਾ ਕਿਤੇ ਰੱਖਦਾ ਹੀ ਆ। ਤੇ ਇਹਦੇ 'ਚ ਤਾਂ ਦੱਸਿਆ ਵੀ ਹੋਇਆ ਕਿ ਜਦੋਂ ਉਹਦਾ ਘਰ ਵਾਲਾ ਸਰਵਿਸ ਕਰਦਾ ਸੀਗਾ, ਉਹ ਫੌਜੀ ਸੀ, ਤੇ ਵੀ ਉਦੋਂ ਦੀ ਸਥਿਤੀ ਆ ਜਿਹੜੀ ਬਾਕੀ ਪਿੰਡ ਦੀਆਂ ਜਨਾਨੀਆਂ ਨਾਲੋਂ ਕਿੰਨੀ ਚੰਗੀ ਸੀ ਪੈਸਿਆਂ ਦੇ ਮਾਮਲੇ 'ਚ ਨਾ। ਤੇ ਆ ਜਿਵੇਂ ਤੂੰ ਗੱਲ ਕੀਤੀ ਕਿ ਉਹ ਕਹਿੰਦੇ ਵੀ ਕਣਕ ਦੀਆਂ, ਜਿਵੇਂ ਹਨਾ ਦੱਸਿਆ ਵੀ ਕਣਕ ਦੀਆਂ ਬੋਰੀਆਂ 2 ਵੇਚ ਕੇ ਉਹ ਵੱਖਰੇ ਪੈਸੇ ਰੱਖਦੇ। ਉਹ ਕਹਿੰਦੇ ਉੱਥੇ ਉਹਨਾਂ ਨੇ ਵੀ ਲਿਖਿਆ ਹੋਇਆ ਕਿ ਜਿਹੜੀਆਂ ਪਿੰਡ ਦੀਆਂ ਬਾਕੀ ਬੀਬੀਆਂ ਸੀਗੀਆਂ ਬਜ਼ੁਰਗ, ਉਹ ਤਾਂ ਕਦੀ ਦੁੱਧ ਵੇਚ ਕੇ, ਕਦੀ ਚੋਰੀ ਘਰੋਂ ਘਿਓ ਵੇਚ ਕੇ ਆਪਦੇ ਜੋਗੇ ਪੈਸੇ ਰੱਖਦੀਆਂ ਹੁੰਦੀਆਂ ਸੀ। ਤੇ ਦੂਜੀ ਕਹਾਣੀ ਜਿਵੇਂ ਹੈਗੀ ਆ ਸ਼ਰਾਬਣ, ਹਨਾ, ਇਹ ਕਹਾਣੀ ਦਾ ਮੈਨੂੰ ਵਿਸ਼ਾ ਬਿਲਕੁਲ ਹੀ ਅਲੱਗ ਲੱਗਿਆ। ਤੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਇਹ ਰਵਿੰਦਰ ਕਹਾਣੀ ਇੱਕ ਤਾਂ ਮੈਂ ਇਹ ਹੁਣ ਸਵੇਰੇ ਪੜ੍ਹ ਕੇ ਆਇਆ, ਇੱਕ ਮੈਂ ਪੜ੍ਹੀ ਹੋਊਗੀ ਮਤਲਬ ਸ਼ਾਇਦ 9-10 ਸਾਲ ਪਹਿਲਾਂ ਪੜ੍ਹੀ ਸੀ ਕਹਾਣੀ ਇਹ ਸ਼ਰਾਬਣ। ਉਹੀ ਗੱਲ ਵੀ ਸਾਹਿਤ ਇਹੋ ਜਿਹੀ ਚੀਜ਼ ਹੁੰਦੀ ਵੀ ਆਪਾਂ ਨੂੰ ਜਦੋਂ ਪੜ੍ਹਦੇ ਹਾਂ ਉਦੋਂ ਕੋਈ ਨਵੇਂ ਨਿਕਲਦਾ ਨਾ, ਕਿਉਂਕਿ ਆਪਣੀ ਸਮਝ ਵਿਕਸਿਤ ਹੋਈ ਜਾਂਦੀ ਆ, ਪਾਠਕ ਵੀ ਵਿਕਾਸ ਕਰਦਾ ਹਨਾ। ਤਾਂ ਉਦੋਂ ਨਾਲ ਮੈਨੂੰ ਹੁਣ ਦੀ ਸਥਿਤੀ ਮੈਨੂੰ ਉਹ ਔਰਤ ਮੈਨੂੰ ਬਹੁਤ ਖਤਰਨਾਕ ਸਥਿਤੀ 'ਚ ਫਸੀ ਲੱਗੀ ਵੀ। ਇੱਕ ਸ਼ਾਇਦ ਜਿਹੜੇ ਬੰਦੇ ਸਾਈਕੋਲੋਜੀ ਦੇ ਮਾਹਰ ਨੇ ਉਹਨੂੰ ਸੁਣਦੇ ਹੋਣਗੇ, ਸ਼ਾਇਦ ਉਹਨਾਂ ਨੂੰ ਪਤਾ ਹੋਊਗਾ ਕੀ ਟਰਮ ਹੁੰਦੀ ਆ। ਇੱਕ ਜਗ੍ਹਾ ਤੇ ਜਾ ਕੇ ਨਾ ਰੁਪਿੰਦਰ ਆਪਾਂ ਇਹੋ ਜਿਹੀ ਮਾਨਸਿਕ ਸਥਿਤੀ 'ਚ ਪਹੁੰਚ ਜਾਂਦੇ ਆ ਵੀ ਆਪਾਂ ਨੂੰ ਮਤਲਬ ਕਹਿੰਦੀ ਫਰਕ ਪੈਣੋਂ ਹਟ ਜਾਂਦਾ ਵੀ ਯਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੋ ਮਰਜ਼ੀ ਹੋਈ ਜਾਵੇ, ਮੇਰਾ ਸਮਾਜ ਕੀ ਕਹਿੰਦਾ, ਜਾਂ ਮੇਰਾ ਨੁਕਸਾਨ ਹੁੰਦਾ ਜਾਂ ਫਾਇਦਾ ਹੁੰਦਾ। ਮੈਨੂੰ ਲੱਗਦਾ ਅਖੀਰ ਤੇ ਆ ਕੇ ਉਹ ਔਰਤ ਉੱਥੇ ਪਹੁੰਚ ਜਾਂਦੀ ਆ ਜਦੋਂ ਉਹ ਕਹਿੰਦੇ ਹੁੰਦੇ ਆ ਵੀ ਖੇਤ ਕਿੰਨੇ ਦਾ, ਤਾਂ ਉਹ ਕਹਿੰਦੇ ਸਿਰਫ ਇੱਕ ਸਾਈਨ ਚਾਹੀਦੇ ਆ ਨਾ, ਤੇ ਉਹ ਸਾਈਨ ਕਰ ਦਿੰਦੀ ਆ। ਤੇ ਉਹੀ ਗੱਲ ਮੈਂ ਸਾਹਿਤ ਦੀ ਹਰੇਕ ਚੀਜ਼ ਨੂੰ ਸਾਈਕੋਲੋਜੀ ਨਾਲ ਜੋੜ ਕੇ ਬੈਠ ਜਾਂਦਾ। ਹੁਣ ਉਹ ਔਰਤ ਬਹੁਤ ਟਾਈਮ ਮੇਰੇ ਦਿਮਾਗ 'ਚ ਤੁਰੀ ਫਿਰਦੀ ਵੀ ਉਹ ਕਿਹੋ ਜਿਹੀ ਸਥਿਤੀਆਂ 'ਚ ਲੰਘੀ ਹੋਊਗੀ, ਉਹ ਸਾਰਾ ਕੁਝ ਜੋ ਐਂ ਬਣੀ ਤਾਂ ਕਿਉਂ ਬਣੀ ਹੈ ਨਾ, ਉਹਦਾ ਬਣਨ ਦੇ ਕਾਰਨ ਵੀ ਹੈਗੇ। ਮਤਲਬ ਤੁਸੀਂ ਇੱਕ ਕਹਾਣੀ ਦੱਸ ਦਿਓ ਨਾ ਵੀ ਕਿਵੇਂ ਦੀ, ਫਿਰ ਆਪਾਂ ਉਹਦੇ 'ਤੇ ਗੱਲ ਕਰਾਂਗੇ ਅੱਗੇ। ਜਿਵੇਂ ਇਹ ਕਹਾਣੀ ਇੱਕ ਜਰਮਨ ਦੀ ਔਰਤ ਦੀ ਕਹਾਣੀ ਹੈ ਜਿਹਦਾ ਨਾਮ ਵੈਲਰੀ ਹੈ। ਤੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਰਮਨ ਦੇ ਵਿੱਚ ਤੁਸੀਂ ਪੱਕੇ ਨਹੀਂ ਹੋ ਸਕਦੇ, ਜਿਹੜੇ ਸਾਡੇ ਮੁੰਡੇ ਇੱਧਰੋਂ ਜਾਂਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਜਰਮਨ ਲੇਡੀ ਨਾਲ ਵਿਆਹ ਕਰਾਉਣਾ ਪੈਂਦਾ, ਤੇ ਫਿਰ ਉੱਥੇ ਉਹਨਾਂ ਦੇ ਕਾਗਜ਼ ਬਣਦੇ ਨੇ। ਤੇ ਇੱਦਾਂ ਹੀ ਉਹ ਵੈਲਰੀ ਨਾਂ ਦੀ ਜਿਹੜੀ ਜਨਾਨੀ ਆ, ਉਹਦੇ ਨਾਲ ਪਹਿਲਾਂ ਇੱਕ ਪਾਕਿਸਤਾਨ ਦਾ ਬੰਦਾ ਵਿਆਹ ਕਰਾਉਂਦਾ, ਜਿਹੜਾ ਕਿ ਉਹਨੂੰ ਆਪਣਾ ਦੇਸ਼ ਨਹੀਂ ਦਿਖਾਉਂਦਾ, ਕਿਉਂਕਿ ਉਹਨੂੰ ਸਿਰਫ ਇਹੀ ਮਤਲਬ ਹੁੰਦਾ ਕਿ ਇੱਕ ਦਿਨ ਤਲਾਕ ਲੈ ਕੇ ਮੈਂ ਪੱਕਾ ਹੋਣਾ। ਤੇ ਉਸ ਤੋਂ ਬਾਅਦ ਫਿਰ ਉਹਦਾ ਇੱਕ ਪੰਜਾਬੀ ਬੰਦੇ ਨਾਲ ਰਿਸ਼ਤਾ ਬਣਦਾ, ਜਿਹੜਾ ਉਹਨੂੰ ਪੰਜਾਬ ਲੈ ਕੇ ਆਉਂਦਾ ਸਿਰਫ ਇਹ ਦਿਖਾਉਣ ਲਈ ਕਿ ਲੋਕਾਂ ਨੂੰ ਲੱਗੇ ਇਹਦੇ ਨਾਲ ਇੱਕ ਮੇਮ ਆਈ ਆ, ਇਹਦਾ ਮਤਲਬ ਇਹ ਉੱਥੇ ਬਹੁਤ ਸਰਦਾ ਪੁੱਜਦਾ ਹੋਊਗਾ, ਤੇ ਉਹਨੂੰ ਚੰਗੀ ਕੁੜੀ ਦਾ ਰਿਸ਼ਤਾ ਮਿਲੂਗਾ, ਚੰਗਾ ਦਹੇਜ ਮਿਲੂਗਾ। ਤੇ ਉਹ ਵੀ ਉਹਨੂੰ ਬਾਅਦ ਚੋਂ ਛੱਡ ਦਿੰਦਾ। ਤੇ ਫਿਰ ਇੱਕ ਤੀਜਾ ਬੰਦਾ ਜਿਹੜਾ ਗੁਰਮੁਖ ਸਿੰਘ ਨਾਂ ਦਾ, ਉਹਨੂੰ ਮਿਲਦਾ ਏ। ਉਹ ਇੱਕ ਸਟਾਲ ਚਲਾਉਂਦਾ ਹੁੰਦਾ ਕਿਤਾਬਾਂ ਦਾ, ਜਿੱਥੇ ਉਹ ਕਿਤਾਬਾਂ ਪੜ੍ਹਨ ਲਈ ਆਉਂਦੀ ਆ। ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ, ਉਹ ਇੱਧਰ ਪੰਜਾਬ 'ਚ ਰਹਿੰਦੀ ਆ, 3 ਬੱਚੇ ਹੁੰਦੇ ਨੇ। ਤੇ ਉਹ ਘਰ ਵਾਲੀ ਇੱਕ ਵਾਰ ਉਹਨੂੰ ਮਿਲਣ ਲਈ ਜਾਂਦੀ ਆ ਜਰਮਨ, ਤੇ ਉੱਥੇ ਜਾ ਕੇ ਉਹਦੀ ਵੈਲਰੀ ਦੀ ਤੇ ਉਹਦੀ ਘਰ ਵਾਲੀ ਦੀ ਸਾਂਝ ਪੈਦਾ ਹੋ ਜਾਂਦੀ ਆ। ਤੇ ਫਿਰ ਉਹਨਾਂ ਨੂੰ ਲੱਗਦਾ ਕਿ ਵੈਲਰੀ ਨੂੰ ਅਸੀਂ ਵਰਤ ਸਕਦੇ ਹਾਂ ਇਸ ਚੀਜ਼ ਲਈ ਕਿ ਗੁਰਮੁਖ ਸਿੰਘ ਇਹਦੇ ਨਾਲ ਵਿਆਹ ਕਰਾ ਲਵੇ ਤੇ ਫਿਰ ਇਹਨੂੰ ਤਲਾਕ ਦੇਵੇ, ਤੇ ਜਿਹੜੀ ਮੈਂ ਜਾਣੀ ਉਹ ਕੁੜੀ ਜਿਹੜੀ ਹੁੰਦੀ ਆ ਰੁਪਿੰਦਰ ਉਹਦਾ ਨਾਮ ਹੁੰਦਾ, ਕਿ ਫਿਰ ਮੈਂ ਪੱਕੀ ਆ ਕੇ ਆਪਦੇ ਘਰ ਵਾਲੇ ਨਾਲ ਰਹਿ ਸਕਦੀ ਹਾਂ।
ਪਰ ਉਹ ਵੈਲਰੀ ਆ ਜਿਹੜੀ ਉਹਨਾਂ ਦੇ 3 ਬੱਚਿਆਂ ਨੂੰ ਅਡਾਪਟ ਵੀ ਕਰਦੀ ਆ, ਤੇ ਫਿਰ ਅਖੀਰ ਤੇ ਜਦੋਂ ਉਹਨੂੰ ਪਤਾ ਲੱਗਦਾ ਕਿ ਇਹਨਾਂ ਦੀ ਇੰਟੈਂਸ਼ਨ ਇਹ ਆ, ਜਾਂ ਫਿਰ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਆ ਕਿ ਸਮਝੌਤੇ ਵਾਲੇ ਰਿਸ਼ਤਿਆਂ 'ਚ ਤੁਹਾਨੂੰ ਪਤਾ ਹੀ ਹੁੰਦਾ, ਤੇ ਫਿਰ ਜਦੋਂ ਪੰਜਾਬ ਆਉਂਦੀ ਆ ਤੇ ਉਹਨੂੰ ਸ਼ਰਾਬ ਪੀਣ ਦੀ ਆਦੀ ਹੁੰਦੀ ਆ, ਤੇ ਉਹ ਕਮਾਦ ਲੱਗਿਆ ਵੇਖਦੀ ਆ ਖੇਤ 'ਚ, ਤੇ ਉਹਨਾਂ ਨੂੰ ਪੁੱਛਦੀ ਆ ਕਿ ਇਸ ਕਮਾਦ ਤੋਂ ਕਿੰਨੀ ਕੁ ਸ਼ਰਾਬ ਬਣ ਸਕਦੀ ਆ। ਉਹ ਕਹਿੰਦੇ ਵੀ ਇੰਨੀ ਬਣ ਸਕਦੀ ਆ ਵੀ ਆਪਣਾ ਸਾਰਾ ਟੱਬਰ 10 ਸਾਲਾਂ ਤੱਕ ਇਹ ਸ਼ਰਾਬ ਪੀ ਸਕਦਾ। ਤੇ ਉਹ ਸ਼ਰਾਬ ਦੀ ਆਦੀ ਹੁੰਦੀ ਆ, ਉਹਨੂੰ ਲੱਗਦਾ ਕਿ ਮੇਰੀ ਲੋੜ ਸਿਰਫ ਇਹੀ ਆ, ਤੇ ਫਿਰ ਉਹ ਉਹਨੂੰ ਪੁੱਛਦੀ ਆ ਕਿ ਜੇ ਸਾਰੇ ਖੇਤ ਤੂੰ ਮੇਰੇ ਨਾਂ ਕਰਨੇ ਹੋਣ ਤਾਂ ਉਹ ਕਹਿੰਦੇ ਨੇ ਕਿ ਇੱਕ ਸਾਈਨ, ਮਤਲਬ ਤੂੰ ਤਲਾਕ ਲਿਖ ਕੇ ਦੇਂਗੀ ਤਾਂ ਇਹ ਸਾਰੇ ਦੇ ਸਾਰੇ ਖੇਤ ਆ ਜਿਹੜੀ ਪੈਲੀ ਆ ਅਸੀਂ ਤੇਰੇ ਨਾਂ ਕਰ ਦਾਂਗੇ। ਤਾਂ ਇੱਕ ਤਰ੍ਹਾਂ ਨਾਲ ਇਹ ਇੱਕ ਲੇਡੀ ਦੇ ਮਨੋਵਿਗਿਆਨ ਦੀ ਕਹਾਣੀ ਹੈ। ਜਿਵੇਂ ਬਲਦੇਵ ਮੈਨੂੰ ਇਹ ਚੀਜ਼ ਲੱਗੀ ਸੀਗੀ ਪੜ੍ਹ ਕੇ, ਆਪਾਂ ਹੁਣ ਵੀ ਆਲੇ ਦੁਆਲੇ ਦੇਖਦੇ ਹੁੰਦੇ ਹਾਂ ਕਿ ਆਪਣੇ ਬਜ਼ੁਰਗ ਆਪਾਂ ਨੂੰ ਦੱਸਦੇ ਨੇ ਫਲਾਣੇ ਬੰਦੇ ਨੇ ਉੱਧਰ ਫਿਰ ਜਰਮਨ ਦੀ ਇੱਕ ਜਨਾਨੀ ਨਾਲ ਵਿਆਹ ਕਰਾ ਲਿਆ, ਫਿਰ ਉਹਨੂੰ ਤਲਾਕ ਦੇ ਤਾ, ਫਿਰ ਉੱਥੇ ਪੱਕੀ ਹੋ ਗਈ। ਆਪਾਂ ਅਮਰੀਕਾ ਕੈਨੇਡਾ 'ਚ ਵੀ ਲੋਕ ਇਹੀ ਕੁਛ ਕਰਦੇ ਰਹੇ ਨੇ, ਹੈ ਨਾ। ਅਤੇ ਉੱਥੇ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਿਹੜੇ ਬੰਦੇ ਬਾਹਰ ਚਲੇ ਜਾਂਦੇ ਨੇ ਉਹਨਾਂ ਦੀਆਂ ਜਨਾਨੀਆਂ, ਖਾਸ ਕਰਕੇ ਜਰਮਨ ਵਰਗੀ ਕੰਟਰੀ 'ਚ ਨਾ, ਕਿ ਉਹਨਾਂ ਨੂੰ 20-20 ਸਾਲ ਲੱਗ ਜਾਂਦੇ ਨੇ ਉਹਨਾਂ ਦੇ ਪਿੱਛੇ ਪਹੁੰਚਦੀਆਂ ਨੂੰ, ਉਹਨਾਂ ਦੀ ਉਮਰ ਲੰਘ ਜਾਂਦੀ ਆ, ਉਹ ਇੱਥੇ ਬੈਠੀਆਂ ਬੁੱਢੀਆਂ ਹੋ ਜਾਂਦੀਆਂ ਨੇ। ਪਰ ਮੈਨੂੰ ਲੱਗਦਾ ਕਿ ਅਸੀਂ ਦੂਜਾ ਪਾਸਾ ਕਦੇ ਨਹੀਂ ਦੇਖਦੇ ਕਿ ਜਿਹੜੀਆਂ ਜਨਾਨੀਆਂ ਨੂੰ ਉੱਧਰ ਪੱਕੇ ਹੋਣ ਲਈ ਲੋਕ ਵਰਤਦੇ ਨੇ, ਚਾਹੇ ਕਈ ਵਾਰੀ ਉਹ ਕੰਟਰੈਕਟ ਵੀ ਹੁੰਦੇ ਨੇ, ਪੈਸਿਆਂ ਦਾ ਲੈਣ ਦੇਣ ਕਰਕੇ ਵੀ ਹੁੰਦਾ, ਪਰ ਉਹਨਾਂ ਦੀ ਤਾਂ ਅਸੀਂ ਮਾਨਸਿਕਤਾ ਨੂੰ ਕਦੀ ਨਹੀਂ ਪੜ੍ਹਦੇ, ਹੈ ਨਾ, ਕਿ ਉਹਨਾਂ 'ਤੇ ਕੀ ਬੀਤਦੀ ਹੋਊਗੀ। ਇੱਦਾਂ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀ ਸਾਹਿਤ ਦੇ ਵਿੱਚ ਹੁੰਦੀਆਂ ਨੇ ਨਾ। ਅਸੀਂ ਹਰ ਇੱਕ ਇਨਸਾਨ ਆਪਣੇ ਆਪ ਨੂੰ ਵਡਿਆਉਂਦਾ ਵੀ ਅਸੀਂ ਇਸ ਦੁਨੀਆ ਦੇ ਜਾਂ ਇਸ ਜਹਾਨ ਦੇ ਸਭ ਤੋਂ ਖੂਬਸੂਰਤ ਇਨਸਾਨ ਆ। ਆਪਦੀਆਂ ਕਮੀਆਂ ਸਾਰੇ ਲੁਕੋ ਲੈਂਦੇ ਨੇ, ਸ਼ਾਇਦ ਮੈਂ ਵੀ ਲੁਕਾਉਂਦਾ ਹੋਊਗਾ, ਆਪਾਂ ਸਾਰੇ ਲੁਕਾਉਂਦੇ ਹੋਵਾਂਗੇ ਨਾ। ਤਾਂ ਇਹ ਵੱਡੀਆਂ ਕਮੀਆਂ ਨੇ। ਸਾਡੇ ਲੋਕ ਜਦੋਂ ਅਸੀਂ ਬਾਹਰ ਜਾਣ ਪਿੱਛੇ ਕੋਈ ਵੀ ਹੱਥ ਕੰਡਾ ਅਪਣਾ ਲੈਂਦੇ ਆ, ਤਾਂ ਬਹੁਤ ਥਾਵਾਂ 'ਤੇ ਬਾਹਰ ਜਾਂਦੇ ਆ ਅਸੀਂ, ਉਹ ਹੁਣ ਵੀ ਹੋ ਰਿਹਾ। ਇੱਕ ਨਾ ਇਹ ਵੀ ਹੈ ਦੇਖਣਾ, ਜਿਹੜੇ ਉੱਧਰਲੇ ਲੋਕ ਨੇ ਨਾ ਬਹੁਤ ਸੈਂਸਿਟਿਵ ਆ, ਅਤੇ ਉਹਨਾਂ ਦੀਆਂ ਮਤਲਬ ਕੁੜੀਆਂ ਮੁੰਡੇ ਉਹ ਆਪਾਂ ਐਂ ਕਹਿ ਸਕਦੇ ਵੀ ਆਪਣੇ ਹਿਸਾਬ ਨਾਲ ਆਪਾਂ ਭੋਲੇ ਕਹਿ ਸਕਦੇ ਹਾਂ ਉਹਨਾਂ ਨੂੰ ਨਾ, ਵੀ ਉਹ ਆਪਣੇ ਜਿਹਨੇ ਚਲਾਕ ਨਹੀਂ ਹੁੰਦੇ ਗੇ। ਤਾਂ ਉੱਥੇ ਹੁਣ ਵੀ ਇਹ ਹੁੰਦਾ ਕਿ ਤੁਸੀਂ ਜਾਓ ਇੱਥੋਂ ਕਿਸੇ ਨੂੰ ਮਤਲਬ ਗੱਲਾਂ ਬਾਤਾਂ 'ਚ ਲਿਆਓ, ਉਹਦੇ ਨਾਲ ਵਿਆਹ ਕਰਵਾਓ, ਉਹਦੇ ਨਾਲ 2 ਸਾਲ 5 ਸਾਲ ਰਹੋ, ਉਸ ਤੋਂ ਬਾਅਦ ਉਹਨੂੰ ਤਲਾਕ ਦੇ, ਉਹਦੇ ਪੱਕੇ ਹੋ ਗਏ ਅਤੇ ਛੱਡ ਕੇ ਇੱਧਰ ਆ ਕੇ ਦੁਬਾਰੇ ਵਿਆਹ ਕਰਵਾ ਕੇ ਲੈ ਜਾਓ। ਇਹ ਥੋੜ੍ਹਾ ਜਿਹਾ ਜਦੋਂ ਦਾ ਆਈਲੈਟਸ ਵਾਲਾ ਕੰਮ ਜਿਹਾ ਚੱਲਿਆ ਉਦੋਂ ਘਟਿਆ, ਪਹਿਲਾਂ ਬਹੁਤ ਸੀਗਾ, ਪਹਿਲਾਂ ਬਹੁਤ ਬੁਰਾ ਹਾਲ ਸੀ। ਪਹਿਲਾਂ ਉੱਧਰਲੀਆਂ ਔਰਤਾਂ ਦਾ ਵੀ ਬਹੁਤ ਬੁਰਾ ਹਾਲ ਸੀ, ਇੱਧਰਲੀਆਂ ਦਾ ਵੀ ਬਹੁਤ ਮਾੜਾ ਹਾਲ ਸੀ। ਕਈ ਇੱਧਰੋਂ ਕਰਵਾ ਕੇ ਜਾਂਦੇ ਸੀ, ਉੱਥੇ ਪੱਕੇ ਹੁੰਦੇ ਮੇਰੇ ਉੱਥੇ ਕਰਵਾ ਲੈਂਦੇ ਸੀਗੇ। ਉਹ ਇੱਧਰਲੇ ਨੂੰ ਇੰਨਾ ਤਾਂ ਇੱਧਰਲੇ ਨੂੰ ਦੱਸਦੇ ਸੀ ਮੈਂ ਉੱਥੇ ਵਿਆਹ ਕਰਾਇਆ, ਨਾ ਉੱਧਰਲੇ ਨੂੰ ਦੱਸਦੇ ਸੀ ਕਿ ਉਹਨਾਂ ਨੇ ਇੱਧਰ ਵਿਆਹ ਕਰਵਾਇਆ। ਇੱਕ ਨਾ ਇਕਨੋਮਿਕਸ 'ਚ ਹੁੰਦਾ ਸੀ, ਮੈਂ ਪੜ੍ਹਦਾ ਰਿਹਾ +2 'ਚ, ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ। ਹਾਂ, ਮੈਂ ਵੀ ਪੜ੍ਹਿਆ ਵੀ ਤੁਹਾਡੀ ਕਾਬਲੀਅਤ ਦੇ ਅਨੁਸਾਰ ਤੁਹਾਨੂੰ ਕੰਮ ਨਾ ਮਿਲਣਾ ਨਾ, ਵੀ ਜੇ ਤੁਸੀਂ ਤੁਹਾਡੀ ਕਾਬਲੀਅਤ ਤੁਹਾਨੂੰ 50,000 ਵਾਲੀ ਆ, ਤੁਸੀਂ ਕੰਮ 15 ਜਾਂ 20,000 ਤੇ ਕਰ ਰਹੇ ਹੋ, ਤਾਂ ਤੁਸੀਂ ਬੇਰੁਜ਼ਗਾਰ ਹੀ ਹੋ। ਤਾਂ ਮੈਨੂੰ ਲੱਗਦਾ ਹੁੰਦਾ ਵੀ ਇੱਕ ਨਾ ਸਾਡੇ ਸਮਾਜ ਦੇ ਵਿੱਚ ਕੋਈ ਛੁਪਿਆ ਹੋਇਆ ਵਿਧਵਾਪਣ ਵੀ ਆ, ਵੀ ਜਿਹੜੀਆਂ ਲੇਡੀਜ਼ ਆਪਦੀ ਚੂੜੀਆਂ ਵੀ ਪਾਉਂਦੀਆਂ ਨੇ, ਸੰਧੂਰ ਵੀ ਲਾਉਂਦੀਆਂ ਨੇ, ਹੈ ਨਾ, ਪੂਰਾ ਹਾਰ ਸ਼ਿੰਗਾਰ ਲਾਉਂਦੀਆਂ ਨੇ, ਪਰ ਉਹ ਵਿਧਵਾ ਦੀ ਜ਼ਿੰਦਗੀ ਜਿਉਂ ਰਹੀਆਂ ਹੁੰਦੀਆਂ। ਤਾਂ ਇਹਨਾਂ 'ਚ ਬਹੁਤਾਂ ਦੀ ਗਿਣਤੀ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਦੇ ਹਸਬੈਂਡ ਜਾਂ ਤਾਂ ਬਾਹਰ ਚਲੇ ਗਏ, ਮੁੜ ਕੇ ਵਾਪਸ ਨਹੀਂ ਮੁੜੇਗੇ, ਜਾਂ ਜਿਨ੍ਹਾਂ ਨੇ ਉਹਨੂੰ ਇੱਕ ਧੋਖੇ 'ਚ ਰੱਖਿਆ ਹੈ ਨਾ, ਵੀ ਇੱਕ ਉੱਥੇ ਰੱਖ ਛੱਡੀ, ਬਾਹਰ ਇੱਕ ਇੱਥੇ ਰੱਖ ਛੱਡੀ ਆ। ਅਤੇ ਇਹੋ ਜਿਹੀਆਂ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਆ। ਤਾਂ ਇਹ ਆਪਾਂ ਆਪਣੇ ਇਸ ਕਹਾਣੀ ਦੇ ਵਿੱਚ ਜਰਮਨ ਦੀ ਔਰਤ, ਪਰ ਔਰਤ ਤਾਂ ਔਰਤ, ਚਾਹੇ ਉਹ ਪੰਜਾਬ ਦੀ ਹੋਵੇ, ਚਾਹੇ ਉਹ ਜਰਮਨ ਦੀ ਹੋਵੇ, ਔਰਤ ਦੀ ਜਿਹੜੀ ਮਾਨਸਿਕਤਾ ਉਹ ਤਾਂ ਔਰਤ ਦੀ ਮਾਨਸਿਕਤਾ ਹੀ ਹੁੰਦੀ ਹੈ ਨਾ। ਤਾਂ ਉਹ ਔਰਤ ਇੰਨੀ ਕੁ ਜ਼ਿਆਦਾ ਟੁੱਟ ਜਾਂਦੀ ਹੈ ਅਖੀਰ 'ਤੇ ਆ ਕੇ। ਤੁਸੀਂ ਦੇਖੋ, ਮੈਨੂੰ ਉਸ ਚੀਜ਼ ਨੇ ਮੈਨੂੰ ਬਹੁਤ ਹੈਰਾਨ ਕੀਤਾ ਜਦੋਂ ਕਹਿੰਦੇ ਵੀ ਇੱਕ ਸਾਈਨ 'ਤੇ ਉਹ ਕਰ ਦਿੰਦੀ ਹੈ, ਵੀ ਉਹ ਸ਼ਰਾਬ ਦੀ ਹੀ ਆਦੀ ਹੋ ਜਾਂਦੀ ਹੈ ਨਾ। ਅਤੇ ਫਿਰ ਉਹ ਦੇਖੋ ਸ਼ੁਰੂ ਦੇ ਵਿੱਚ ਉਹ ਇੱਕ ਪਾਕਿਸਤਾਨ ਦਾ ਉਹ ਮਰਦ ਹੁੰਦਾ ਨਾ ਜਿਹਦੇ ਉਹ ਟੱਚ 'ਚ ਆਉਂਦੀ, ਉਹ ਉਹਦੇ ਨਾਲ ਵਿਆਹ ਨਹੀਂ ਕਰਵਾਉਂਦਾ ਗਿਆ। ਅਤੇ ਅਕਸਰ ਉਹ ਤਾਂ ਕਰਵਾਉਣਾ ਚਾਹੁੰਦੀ ਸੀਗੀ, ਹੈ ਨਾ, ਉਹਨੂੰ ਕੀ ਪਤਾ ਸੀ ਵੀ ਮੈਂ ਵਰਤੀ ਜਾ ਰਹੀ ਹਾਂ। ਗੱਲ ਸਿਰਫ ਇੱਕ PR ਦੀ ਸੀਗੀ, ਇੱਕ PR ਦੇ ਲੈਂਦੇ ਲੈਂਦੇ 3-4 ਮਰਦ ਨੇ ਇੱਕ ਔਰਤ ਪੂਰੀ ਤਰ੍ਹਾਂ ਵਰਤ ਕੇ ਖਤਮ ਕਰਤੀ ਉਹ ਨਾ। ਉਹ ਜਮਾਂ ਮੈਂਟਲੀ ਕਹਿ ਦਈਏ ਆਪਾਂ ਸਿੱਕ ਹੋ ਗਈ। ਫਿਰ ਉਹ ਇੱਧਰ ਆਉਂਦੀ ਹੈ, ਮਤਲਬ ਧਰਮ ਸਿੰਘ ਨੂੰ ਇੱਧਰ ਲੈ ਕੇ ਆਉਂਦਾ ਨਾ, ਉਹ ਆਪਦਾ ਹੋਸ਼ਾਪਣ ਦਿਖਾਉਂਦਾ ਵੀ ਮੇਰੇ ਨਾਲ ਮੇਮ ਆਈ ਇੱਕ, ਉਹਦੇ ਨਾਲ ਉਹ ਕੁਛ ਤੋਂ ਜਦੋਂ ਉਹਨਾਂ ਦਾ ਜਰਮਨ ਦਾ ਕਲਚਰ ਆ, ਵਾਈਨ ਵਗੈਰਾ ਪੀਂਦੀ ਹੁੰਦੀ ਉੱਥੇ ਨਾ, ਇੱਥੇ ਆ ਕੇ ਉਹਨੂੰ ਦੇਸੀ ਸ਼ਰਾਬ ਪਿਆਉਣ ਲੱਗ ਪੈਂਦਾ। ਅਤੇ ਹੋਰ ਐਂ ਕਰਦਾ ਮੈਂ ਕਹਾਣੀ 'ਚ ਜਿਵੇਂ ਲਿਖਿਆ ਵੀ ਉਹ ਜ਼ਿਆਦਾ ਸ਼ਰਾਬ ਪੀਣ ਲੱਗ ਪੈਂਦੀ ਹੈ। ਹੁਣ ਜਿਹੜਾ ਬੰਦਾ ਇੱਥੇ ਰਹਿ ਕੇ 2-4 ਮਹੀਨੇ ਦੇਸੀ ਸ਼ਰਾਬ ਪੀਊਗਾ ਅਤੇ ਉਹ ਫਿਰ ਵਾਈਨ 'ਤੇ ਨਹੀਂ ਨਾ ਰਹਿ ਸਕਦਾ, ਵਾਈਨ ਨੇ ਤਾਂ ਉਹਨਾਂ ਅਸਰ ਹੀ ਨਹੀਂ ਕਰਨਾ ਨਾ। ਤਾਂ ਅਖੀਰ 'ਤੇ ਉਹ ਵੀ ਛੱਡ ਜਾਂਦਾ। ਹੁਣ 2 ਮਰਦ ਉਹਦੇ ਹਿੱਸੇ ਆਏ ਹੋਗੇ, ਦੋਵੇਂ ਮਰਦ ਉਹਨੂੰ ਧੋਖਾ ਦੇ ਕੇ ਛੱਡ ਗਏ, ਤਾਂ ਔਰਤ ਦੀ ਮਾਨਸਿਕ ਹਾਲਤ ਕਿੰਨੀ ਮਾੜੀ ਹੋਊਗੀ। ਫਿਰ ਉਹ ਸਹਾਰਾ ਲੈਂਦੀ ਹੈ ਕਿ ਉਹ ਕਿਤਾਬਾਂ ਪੜ੍ਹਨਾ ਸ਼ੁਰੂ ਕਰ ਦਿੰਦੀ ਹੈ, ਮੈਗਜ਼ੀਨ ਪੜ੍ਹਨ ਜਾਂਦੀ ਹੈ ਨਾ, ਜਿੱਥੇ ਤੀਜਾ ਬੰਦਾ ਉਹਦੀ ਜ਼ਿੰਦਗੀ 'ਚ ਆਉਂਦਾ। ਉਹ ਕਿਤਾਬਾਂ ਪੜ੍ਹਦੀ ਹੈ, ਹੌਲੀ ਹੌਲੀ ਕੀ ਸਾਂਝ ਹੁੰਦੀ ਹੈ ਕਿ ਉਹਦਾ ਰੂਲ ਹੁੰਦਾ ਇੱਕ ਵੀ ਉਹ ਅੰਦਰ ਨਹੀਂ ਵੜਨ ਦਿੰਦਾ ਹੁੰਦਾ ਕਿਸੇ ਨੂੰ ਨਾ। ਤਾਂ ਜਦੋਂ ਉਹ ਜਾਂਦੀ ਹੈ ਤਾਂ ਉੱਥੇ ਇੱਕ ਔਰਤ ਸੂਟ ਪਾਈ ਮੈਗਜ਼ੀਨ ਪੜ੍ਹੀ ਜਾਂਦੀ ਹੁੰਦੀ ਅੰਦਰ ਖੜੀ ਹੈ ਨਾ, ਅਤੇ ਉਹ ਦੇਖਦੀ ਹੈ ਵੀ ਕੌਣ, ਤਾਂ ਫਿਰ ਪਤਾ ਲੱਗਦਾ ਕਿ ਉਹਦੀ ਪਤਨੀ ਆ ਤੀਜੇ ਮਰਦ ਦੀ, ਹੈ ਨਾ। ਤਾਂ ਚਲੋ ਉਹਨਾਂ ਦੀ ਸੋਹਣੀ ਗੱਲਬਾਤ ਹੁੰਦੀ ਆ, ਸਵੇਰ ਦੀ ਵਧੀਆ ਹੁੰਦਾ। ਤਾਂ ਉਹ ਫੇਰ ਭਰੋਸਾ ਕਰਦੀ ਆ
ਤੀਜੀ ਵਾਰੀ ਇਹ ਨਾ ਇੱਕ ਸਥਿਤੀ ਹੁੰਦੀ ਆ, ਮਾਨਸਿਕ ਸਥਿਤੀ ਹੁੰਦੀ ਆ। ਇਹ ਅੱਜ ਵੀ ਜਿਹੜੀਆਂ ਯੰਗ ਏਜ ਦੇ ਮੁੰਡੇ ਕੁੜੀਆਂ ਨੇ ਨਾ, ਉੱਥੇ ਅੱਜ ਵੀ ਸਮੱਸਿਆ ਹੈਗੀ ਇਹ। ਇਹਨਾਂ ਕਿ ਮੁੰਡਿਆਂ ਦਾ ਨੁਕਸਾਨ ਘੱਟ ਹੁੰਦਾ, ਕੁੜੀਆਂ ਆਪਣਾ ਨੁਕਸਾਨ ਇਸ ਚੀਜ਼ ਜ਼ਿਆਦਾ ਕਰਵਾ ਲੈਂਦੀਆਂ। ਜਿਵੇਂ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੈਗੇ ਹੋ ਨਾ, 2 ਸਾਲ ਤੋਂ 4 ਸਾਲ ਤੋਂ 5 ਸਾਲ ਤੋਂ, ਇੱਕਦਮ ਤੁਹਾਡਾ ਬ੍ਰੇਕਅਪ ਹੋ ਗਿਆ ਤਾਂ ਤੁਸੀਂ ਇਕੱਲੇ ਹੋ ਗਏ, ਤਾਂ ਫਿਰ ਤੁਹਾਨੂੰ ਸਹਾਰਾ ਚਾਹੀਦਾ ਕਿ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ ਜਾਂ ਦੁੱਖ ਸੁੱਖ ਸੁਣਨ ਵਾਸਤੇ, ਕੁਝ ਵੀ ਹੈ ਨਾ। ਤਾਂ ਉੱਥੇ ਫਿਰ ਇਹ ਹੁੰਦਾ ਕਿ ਉੱਥੇ ਨਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡਾ ਮਤਲਬ ਦਿਮਾਗ ਇੰਨਾ ਕਿ ਆਪਾਂ ਕਹਿੰਦੇ ਹੈਂਗ ਹੋਇਆ ਹੁੰਦਾ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਬੰਦਾ ਤੁਹਾਡੇ ਨੇੜੇ ਆ ਰਿਹਾ ਉਹ ਚਲਾਕੀ ਨਾਲ ਆ ਰਿਹਾ, ਉਹ ਤੁਹਾਡੇ ਨਾਲ ਸੱਚੀ ਹਮਦਰਦੀ ਆ ਕਿ ਉਹ ਤੁਹਾਡੇ ਇਸ ਸਿਚੁਏਸ਼ਨ ਦਾ ਫਾਇਦਾ ਉਠਾ ਰਿਹਾ। ਤਾਂ ਜਦੋਂ ਥੋੜਾ ਜਿਹਾ ਅਸੀਂ ਮਿਲਦੇ ਹਾਂ 15 ਦਿਨ 20 ਦਿਨ ਮਹੀਨਾ, ਤਾਂ ਅਸੀਂ ਇਕੱਲੇ ਹੁੰਦੇ ਹਾਂ ਨਾ, ਤਾਂ ਅਸੀਂ ਉਸ ਇਨਸਾਨ ਦੇ ਬਹੁਤ ਨੇੜੇ ਹੋ ਜਾਂਦੇ ਹਾਂ। ਅਸੀਂ ਮਤਲਬ ਪ੍ਰੋਪਰ ਅਸੀਂ ਕਲੀਅਰ ਨਹੀਂ ਕਰ ਪਾਉਂਦੇ ਵੀ ਉਹ ਬੰਦਾ ਕਿਹੋ ਜਿਹਾ। ਇਹ ਸਥਿਤੀ ਜ਼ਿਆਦਾਤਰ ਉਦੋਂ ਆਉਂਦੀ ਹੈ ਜਦੋਂ ਆਪਾਂ 20-22 ਸਾਲ ਦੀ ਉਮਰ 'ਚ ਹੁੰਦੇ ਤਾਂ ਆਪਣਾ ਕਿਤੇ ਨਾ ਕਿਤੇ ਬ੍ਰੇਕਅਪ ਹੋਇਆ ਹੁੰਦਾ ਨਾ, ਆਪਾਂ ਜਮਾ ਇਕੱਲੇ ਹੋਏ ਹੁੰਦੇ ਹਾਂ। ਤਾਂ ਇਹੀ ਸਥਿਤੀ ਇਸ ਔਰਤ ਦੀ ਸੀਗੀ। ਜਦੋਂ ਉਹਦੇ ਕੋਲ ਕੋਈ ਹੋਰ ਨਵਾਂ ਮਰਦ ਆਇਆ ਤਾਂ ਉਹ ਹੌਲੀ ਉਹਦੇ ਨੇੜੇ ਹੋ ਗਈ ਹੈ ਨਾ, ਤੇ ਉਹ ਇੰਨੀ ਕੁ ਇਮੋਸ਼ਨਲ ਸੀਗੀ ਵੀ ਉਹ, ਜਾਂ ਆਪਾਂ ਕਹਿ ਦਈਏ ਕਨਫਿਊਜ਼ ਸੀਗੀ ਵੀ ਉਹ ਕਲੀਅਰ ਨਹੀਂ ਕਰ ਪਾ ਰਹੀ ਸੀਗੀ ਵੀ ਇਹ ਬੰਦਾ ਵੀ ਚੰਗਾ ਜਾਂ ਮਾੜਾ ਹੈਗਾ। ਬਿਲਕੁਲ। ਤਾਂ ਉਹ 2 ਬੰਦੇ ਉਹਨੂੰ ਵਰਤਦੇ ਆ, ਤੀਜਾ ਬੰਦਾ ਉਹਦੇ ਕੋਲ ਫੇਰ ਆ ਜਾਂਦਾ ਜਿਹਦੇ ਕੋਲ ਉਹ ਮੈਗਜ਼ੀਨ ਖਰੀਦਦੀ ਹੁੰਦੀ। ਚਲੋ ਉਹ ਵੀ ਜਦੋਂ ਬੈਠਦੇ ਆ ਗੱਲਾਂ ਪਤਾ ਕਰਦੇ ਆ ਤਾਂ ਉਹ ਵੀ ਸਕੀਮ ਲਾਉਂਦੇ ਆ ਵੀ ਆਪਾਂ ਇਹਦੇ ਨਾਲ, ਵੀ ਤੂੰ ਇਹਦੇ ਨਾਲ ਵਿਆਹ ਕਰਵਾ ਤੇ ਪੱਕਾ ਹੋ, ਹੈ ਨਾ। ਉਹ ਉਹਦੇ ਨਾਲ ਵਿਆਹ ਕਰਵਾਉਂਦਾ, ਫਿਰ ਉਹ ਉਹਦੇ ਬੱਚੇ ਵੀ ਅਡਾਪਟ ਕਰਦੀ ਆ, ਬੱਚੇ ਵੀ ਪੱਕੇ ਹੋ ਜਾਂਦੇ, ਸਾਰਾ ਕੁਝ ਹੋ ਜਾਂਦਾ ਅਖੀਰ। ਤੇ ਫਿਰ ਉਹ ਸੋਚਦੇ ਵੀ ਹੁਣ ਘਰ ਵਾਲੀ ਮੈਂ ਕਿਵੇਂ ਸਦਾਵਾਂ, ਤੇ ਘਰ ਵਾਲੀ ਫੇਰ ਆਈ ਜਾਊਗੀ ਜੇ ਪਹਿਲਾਂ ਵਾਲੀ ਨਾਲ ਤਲਾਕ ਹੋਣਗੇ ਤਾਂ ਫਿਰ ਉਹ ਔਰਤ ਇੱਥੇ ਆਉਂਦੀ ਹੈ, ਹੈ ਨਾ। ਤੇ ਉਹ ਉੱਥੋਂ ਉਹਦੀ ਉੱਥੇ ਜੜ ਕੱਢੀ ਹੁੰਦੀ ਧਰਮ ਸਿੰਘ ਨੇ, ਜਿਹੜਾ ਉਹਨੂੰ ਹੋਸ਼ੇ ਪੁਣੇ ਜਿਹਨੂੰ ਦੇਸੀ ਸ਼ਰਾਬ ਪਿਉਣ ਲਾ ਦਿੰਦਾ, ਤੇ ਉਹਦੀ ਉਹ ਡੋਜ਼ ਵੱਧ ਜਾਂਦੀ ਸ਼ਰਾਬ ਦੀ। ਇੱਕ ਉਹ ਇਕੱਲੀ ਹੁੰਦੀ ਹੈ ਨਾ, ਇੱਕ ਉਹ ਸਥਿਤੀ 'ਚ, ਮਾਨਸਿਕ ਸਥਿਤੀ 'ਚ ਫਸੀ ਹੁੰਦੀ ਜਿੱਥੇ ਉਹਨੂੰ ਇੱਕ ਵਧੀਆ ਕਹਿੰਦੀ ਆਪਾਂ ਕਾਉਂਸਲਿੰਗ ਦੀ ਜਾਂ ਵਧੀਆ ਮੈਡੀਸਨ ਦੀ ਜ਼ਰੂਰਤ ਸੀ, ਤਾਂ ਉੱਥੇ ਉਹ ਉਹਨਾਂ ਠਰਕੀ ਜਾਂ ਮਤਲਬ ਹੋਰ ਲੋਕਾਂ ਦੇ ਚੁੰਗਲ 'ਚ ਫਸ ਜਾਂਦੀ ਆ। ਤਾਂ ਫਿਰ ਜੋ ਤੀਜੀ ਵਾਰੀ ਆਉਂਦੀ ਹੈ ਤਾਂ ਫਿਰ ਉਹ ਹੁਣ ਉਹਦਾ ਤਾਂ ਸਿੱਧਾ ਜਿਹਾ ਹਿਸਾਬ ਆ ਵੀ ਉਹਨੇ ਉਹਦੀ ਘਰ ਵਾਲੀ ਨਾਲ ਵਿਆਹ ਤਾਂ ਕਰਵਾਉਣਾ ਹੀ ਹੁੰਦਾ, ਜਿਹੜਾ ਤੀਜਾ ਬੰਦਾ ਹੁੰਦਾ। ਤਾਂ ਫਿਰ ਉਹ ਖੇਤ ਬੈਠਦੀ ਹੈ ਜਦੋਂ, ਬਸ ਮੈਨੂੰ ਤਾਂ ਉਹ ਕਹਾਣੀ ਮਤਲਬ ਮੈਂ ਸੱਚੀ ਵਿੱਚ ਬਹੁਤ ਉਹ ਐਂਡ ਨਾ ਮੇਰੇ ਦਿਮਾਗ 'ਚ ਤੁਰੇ ਫਿਰਦਾ ਨਾ, ਜਦੋਂ ਉਹ ਕਹਿੰਦੇ ਆ ਵੀ ਇਹਦੀ ਜੋ ਕਿੰਨੀ ਕੁ ਸ਼ਰਾਬ ਨਿਕਲੂਗੀ ਕਮਾਦ ਦੇ ਵਿੱਚੋਂ, ਤਾਂ ਉਹ ਕਹਿੰਦੇ ਵੀ ਬਹੁਤ ਸ਼ਰਾਬ ਨਿਕਲੂਗੀ, ਆਪਾਂ ਕਿੰਨੇ ਸਾਲ ਪੀ ਸਕਦੇ ਹਾਂ ਨਾ। ਤੇ ਉਹ ਪੁੱਛਦੇ ਜ਼ਮੀਨ ਦੀ ਕੀਮਤ ਕਿੰਨੀ ਹੈ, ਤੇ ਉਹਦੀ ਘਰ ਵਾਲੀ ਕਹਿੰਦੀ ਹੈ ਵੀ ਇੱਕ ਸਾਈਨ, ਤੇ ਉਹ ਸਾਈਨ ਕਰ ਦਿੰਦੀ ਹੈ ਨਾ। ਵੀ ਉਹ ਔਰਤ ਕਿੰਨੀ, ਤੁਸੀਂ ਇਹ ਸੋਚੋ ਵੀ ਇੱਕ ਔਰਤ ਦੀ ਜ਼ਿੰਦਗੀ 'ਚ 3 ਮਰਦ ਆਏ, ਤਿੰਨਾਂ ਨੇ ਉਹਨੂੰ ਇਸ ਤਰੀਕੇ ਨਾਲ ਵਰਤਿਆ, ਉਹਦੀ ਮਾਨਸਿਕ ਸਥਿਤੀ ਕਿਹੋ ਜਿਹੀ ਬਣੂਗੀ। ਮੈਨੂੰ ਵੀ ਇਹੀ ਚੀਜ਼ ਲੱਗੀ ਕਿ ਆਪਾਂ ਹਮੇਸ਼ਾ ਇਹ ਚੀਜ਼ ਨੂੰ ਗੱਲ ਕਰਦੇ ਹਾਂ ਇਸ ਚੀਜ਼ ਤੇ ਵੀ ਜਿਹੜੀਆਂ ਕੁੜੀਆਂ ਇੱਧਰ ਰਹਿ ਜਾਂਦੀਆਂ ਨੇ, ਪਰ ਵਾਕਈ ਦੂਜਾ ਪਾਸਾ ਦੇਖਣ ਦੀ ਲੋੜ ਆ ਕਿ ਕਿੰਨੀਆਂ ਉਹ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਆਪਣੇ ਉਸ ਮਕਸਦ ਲਈ ਕਿ ਅਸੀਂ ਇੱਧਰਲੀਆਂ ਨੂੰ ਉੱਧਰ ਬੁਲਾ ਲਈਏ, ਜਾਂ ਫਿਰ ਅਸੀਂ ਉੱਥੇ ਪੱਕੇ ਹੋ ਜਾਈਏ, ਜਾਂ ਅਸੀਂ ਉੱਥੇ ਪੱਕੇ ਹੋ ਕੇ ਆਵਾਂਗੇ, ਸਾਨੂੰ ਇੱਧਰ ਆ ਕੇ ਬੜਾ ਤਕੜਾ ਦਾਜ ਦਹੇਜ ਮਿਲ ਕੇ ਬਹੁਤ ਚੰਗੀ ਕੁੜੀ ਨਾਲ ਵਿਆਹ ਹੋਊਗਾ ਸਾਡਾ, ਹੈ ਨਾ। ਤੇ ਅਸੀਂ ਕਈ ਵਾਰੀ ਤਾਂ ਪੈਸਿਆਂ ਲਈ, ਪਰ ਕਈ ਵਾਰੀ ਅਸੀਂ ਉਹਨਾਂ ਲੋਕਾਂ ਨੂੰ ਇਮੋਸ਼ਨਲੀ ਵਰਤ ਕੇ ਕਿਵੇਂ ਛੱਡ ਦਿੰਦੇ ਹਾਂ, ਹੈ ਨਾ। ਤੇ ਪੂਰੀ ਦੁਨੀਆ ਤੇ ਫਿਰ ਸਾਡੀ ਇਮੇਜ ਕਿਹੋ ਜਿਹੀ ਬਣਦੀ ਹੈ। ਮੈਂ ਨਾ ਬੜੀ ਛੋਟੀ ਸੀ, ਮੈਂ ਸੁਖਦੇਵ ਪੰਧੇਰ ਹੋਣਾ ਦਾ ਇੱਕ ਨਾਵਲ ਪੜ੍ਹਿਆ ਸੀ, ਪੈਰਿਸ ਦੀ ਕੁੜੀ, ਤੇ ਉਹਦੇ 'ਚ ਇਹੀ ਸੀ, ਉਹ ਕਿਸੇ ਦੇ ਘਰ ਖਾਣਾ ਖਾਣ ਜਾਂਦੇ ਨੇ, ਪੈਰਿਸ ਦੀ ਫੈਮਿਲੀ ਹੁੰਦੀ ਆ, ਤੇ ਉਹ ਉੱਥੇ ਸ਼ੀਸ਼ੇ ਸਾਹਮਣੇ ਤਿਆਰ ਹੋ ਰਹੇ ਹੁੰਦੇ ਨੇ, ਤੇ ਫਿਰ ਉੱਥੇ ਸੋਚਦੇ ਨੇ ਕਿ ਅੱਜ ਮੈਂ ਜਿਵੇਂ ਦਾ ਵਰਤਾਓ ਉਸ ਪਰਿਵਾਰ ਨਾਲ ਕਰੂੰਗਾ, ਉਹਨਾਂ ਨੂੰ ਲੱਗੂਗਾ ਸਾਰੇ ਭਾਰਤੀ ਹੀ ਇੱਦਾਂ ਦੇ ਹੁੰਦੇ ਆ, ਤੇ ਜਿਵੇਂ ਦਾ ਉਹ ਮੇਰੇ ਨਾਲ ਕਰਨਗੇ ਮੈਨੂੰ ਲੱਗੂਗਾ ਸਾਰੇ ਪੈਰਿਸ ਦੇ ਲੋਕ ਹੀ ਐਵੇਂ ਦੇ ਹੁੰਦੇ ਆ। ਮਤਲਬ ਤੇ ਕਈ ਵਾਰੀ ਅਸੀਂ ਕਿਸੇ ਛੋਟੀ ਜਿਹੀ ਚੀਜ਼ ਨਾਲ ਕਿਸੇ ਬੰਦੇ ਦੇ ਅੰਦਰ ਐਡਾ ਵੱਡਾ ਆਪਦਾ ਨਜ਼ਰੀਆ ਬਣਾ ਦਿੰਦੇ ਹਾਂ ਕਿ ਉਹਨੂੰ ਲੱਗਦਾ ਸਾਰੀ ਦੁਨੀਆ ਹੀ ਇਹੋ ਜਿਹੀ ਆ, ਤੇ ਉਹ ਜਨਾਨੀ ਵੈਲਰੀ ਇਹੀ ਸੋਚਦੀ ਹੈ ਕਿ ਸ਼ਾਇਦ ਸਾਰੇ ਭਾਰਤੀ ਹੀ ਐਵੇਂ ਦੇ ਹੋਣਗੇ, ਜਾਂ ਸਾਰੇ ਪੰਜਾਬੀ ਲੋਕ ਹੀ ਐਵੇਂ ਦੇ ਹੋਣਗੇ ਨਾ। ਤੇ ਇਹ ਚੀਜ਼ ਮੈਨੂੰ ਲੱਗਦਾ ਸਾਨੂੰ ਸਿੱਖਣੀ ਵੀ ਚਾਹੀਦੀ ਹੈ, ਸਮਝਣੀ ਕਿ ਕਦੇ ਵੀ ਕਿਸੇ ਇੱਕ ਪਾਸੇ ਦੀ ਗੱਲ ਨਹੀਂ ਹੋ ਸਕਦੀ। ਰੁਪਿੰਦਰ, ਜਿਹੜਾ ਸਾਹਿਤ ਹੁੰਦਾ ਨਾ, ਸਾਹਿਤ ਜਿਵੇਂ ਆਪਾਂ ਕਹਿ ਦਈਏ, ਇੱਕ ਤਾਂ ਆਪਾਂ ਫੋਟੋ ਕਾਪੀ ਕਰਦੇ ਹਾਂ ਕਿਸੇ ਚੀਜ਼ ਦੀ, ਫੋਟੋ ਸਟੇਟ ਕਰਵਾਉਣੀ ਆਪਾਂ, ਹੈ ਨਾ। ਉਹ ਤਾਂ ਜੋ ਬਾਹਰ ਹੁੰਦਾ ਆਪਾਂ ਮਸ਼ੀਨ 'ਚ ਪਾਉਂਦੇ ਤੇ ਉਹੀ ਉਹਦੀ ਕਾਪੀ ਕਰਕੇ ਬਾਹਰ ਆ ਜਾਂਦੀ ਹੈ ਨਾ। ਇੱਕ ਆਪਾਂ ਸਕੈਨ ਕਰਵਾਉਣ ਜਾਂਦੇ ਹਾਂ, ਆਪਣੇ ਅੰਦਰੋਂ ਐਕਸਰਾ ਕਰਵਾਉਣੇ ਆਪਾਂ ਨਾ, ਆਪਣੇ ਅੰਦਰ ਜਿਹੜਾ ਆਪਾਂ ਨੂੰ ਬਾਹਰੋਂ ਨਹੀਂ ਦਿਸ ਰਿਹਾ ਹੁੰਦਾ, ਅੰਦਰੋਂ ਆਪਣੀ ਕੋਈ ਹੱਡੀ ਟੁੱਟੀ ਹੈ ਜਾਂ ਅੰਦਰੋਂ ਹੱਡੀ ਕੋਈ ਵਿੰਗੀ ਆ, ਉਹ ਆਪਾਂ ਨੂੰ ਸਕੈਨ 'ਚ ਦਿਸਦੀ ਆ। ਜਿਹੜਾ ਸਾਹਿਤ ਆ ਨਾ, ਇਹ ਸਕੈਨ ਆ ਸਮਾਜ ਦੀ। ਐਕਸਟਰਾ ਜੇ ਫੋਟੋ ਕਾਪੀ ਤਾਂ ਬਹੁਤ ਸੋਹਣੀ ਹੈ, ਮਤਲਬ ਫੋਟੋ ਕਾਪੀ ਤਾਂ ਸਾਡਾ ਸਾਰਾ ਸਮਾਜ ਹੀ ਬਹੁਤ ਚੰਗਾ ਨਾ, ਪਰ ਜਦੋਂ ਅਸੀਂ ਸਕੈਨ ਕਰਦੇ ਤਾਂ ਅਸੀਂ ਬਹੁਤ ਕਹਿ ਦਈਏ ਗੰਭੀਰਤਾ ਨਾਲ ਰਿਸ਼ਤਿਆਂ ਨੂੰ ਦੇਖਦੇ ਹਾਂ, ਰਿਸ਼ਤੇ ਵਾਚਦੇ ਹਾਂ, ਜਾਂ ਹੋਰ ਸਮਾਜ 'ਚ ਜਿਹੜੀਆਂ ਕੋਈ ਐਕਟੀਵਿਟੀ ਹੋ ਰਹੀ ਉਹਨਾਂ ਨੂੰ ਦੇਖਦੇ ਹਾਂ, ਤਾਂ ਫਿਰ ਪਤਾ ਲੱਗਦਾ ਕਿ ਸਾਡਾ ਸਮਾਜ ਕਿੰਨਾ ਗੰਦਲਾ। ਇਸੇ ਕਰਕੇ ਜਿਹੜੇ ਬੰਦੇ ਬਹੁਤ ਜ਼ਿਆਦਾ ਪੜ੍ਹ ਲਿਖ ਜਾਂਦੇ ਨੇ ਉਹ ਕਿਸੇ 'ਤੇ ਭਰੋਸਾ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਲੱਗਣ ਲੱਗ ਪੈਂਦਾ, ਉਹ ਹਰੇਕ ਬੰਦੇ ਦੀ ਸਾਈਕੋਲੋਜੀ ਸਮਝਣ ਲੱਗ ਪੈਂਦੇ ਆ ਵੀ ਜਿਹੜੇ ਇੱਥੇ ਤਾਂ ਬਾਹਰੋਂ ਤਾਂ ਸਾਰੇ ਬਹੁਤ ਚੰਗੇ ਨੇ, ਅੰਦਰੋਂ ਕਿੰਨਾ ਕੁਝ ਹੋਇਆ ਪਿਆ ਹੁੰਦਾ ਨਾ ਵੀ ਅੰਦਰੋਂ ਬਹੁਤ। ਜੇ ਆਪਾਂ ਸਮਾਜ ਨੂੰ ਅੰਦਰੋਂ ਦੇਖੀਏ ਤਾਂ ਆਪਾਂ ਨੂੰ ਸਮਾਜ ਤੋਂ ਅਲਕਤ ਆਉਣ ਲੱਗ ਪੈਂਦੀ ਹੈ, ਇਹੋ ਜਿਹਾ ਸਮਾਜ ਆ। ਤੇ ਉਹ ਇਹਦੀ ਕਹਾਣੀ ਵੀ ਤੁਸੀਂ ਦੇਖੋ ਵੀ ਇੱਕ ਔਰਤ ਨਾਲੇ ਇੱਕ ਫੋਰਨ ਜਿਹੜੀ ਹੈਗੀ ਨਾ, ਵੀ ਉਹਨੂੰ ਸਿਰਫ ਇਸੇ ਕਰਕੇ ਵਰਤੀ ਜਾ ਰਿਹਾ ਵੀ ਬਾਹਰ ਪੱਕੇ ਹੋਣਾ। ਉਹ ਕਿੱਡਾ ਵੱਡਾ ਕੰਮ ਕਰਦੀ, ਉਹ ਬੱਚੇ ਵੀ ਅਡਾਪਟ ਕਰਦੀ ਉਹਦੇ ਨਾ, ਉਹਦੀ ਘਰ ਵਾਲੀ ਨਾਲ ਗੱਲਾਂ ਵੀ ਪਤਾ ਕਿੰਨਾ ਸੋਹਣਾ ਸਹਿਯੋਗ ਕਰਦੀ ਆ ਉਹ ਨਾ। ਫਿਰ ਉਹ ਇੱਕ ਹੋਰ ਵੀ ਬਹੁਤ ਸੋਹਣੀ ਚੀਜ਼ ਆ, ਉਹ ਜਿਹੜਾ ਦੂਜਾ ਬੰਦਾ ਹੁੰਦਾ ਧਰਮ ਸਿੰਘ,
ਉਹਦੀ ਭੈਣ ਨਾਲ ਵੀ ਉਹਦੀ ਬਹੁਤ ਨੇੜਤਾ ਹੁੰਦੀ ਆ ਹਾਂ। ਤੇ ਜਦੋਂ ਜਿਹੜਾ ਤੀਜਾ ਬੰਦਾ ਹੁੰਦਾ ਉਹਦੀ ਘਰ ਵਾਲੀ ਜਦੋਂ ਉਹਨੂੰ ਮਿਲਦੀ ਤਾਂ ਉਹਨੂੰ ਐਂ ਲੱਗਦਾ ਵੀ ਜਿਵੇਂ ਉਹ ਉਹਦੀ ਭੈਣ ਵਰਗੀ ਹੁੰਦੀ ਆ। ਹੁੰਦੀ ਆ ਬਿਲਕੁਲ। ਤਾਂ ਫਿਰ ਉਹਦੀ ਭੈਣ ਨੂੰ ਵੀ ਮਿਲਣਾ ਲੋਚਦੀ ਆ ਨਾ, ਵੀ ਉਹਦੀ ਜ਼ਿੰਦਗੀ 'ਚ ਕਿੰਨੀ ਉਲਝਣ ਤੁਰੀ ਫਿਰਦੀ ਆ, ਕਿਹੋ ਜਿਹਾ ਕਰੈਕਟਰ ਸਿਰ 'ਚ ਆ ਉਹ, ਮਤਲਬ ਸੱਚੀ ਬਹੁਤ ਦੁੱਖ ਦਰਦ ਵਾਲਾ ਕੰਮ ਆ ਉਹ। ਬਿਲਕੁਲ। ਜੇ ਤੁਸੀਂ ਇਹਨਾਂ ਕਹਾਣੀਆਂ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਗੁਲਜ਼ਾਰ ਸਿੰਘ ਸੰਧੂ ਹੁਣਾਂ ਦੀਆਂ ਕਿਤਾਬਾਂ ਖਰੀਦ ਸਕਦੇ ਹੋ। ਤੇ ਇੱਕ ਚੀਜ਼ ਹੋਰ ਇਸ ਕਹਾਣੀ ਤੋਂ ਖਿਆਲ ਆਉਂਦਾ ਹੈ ਕਿ ਜਿਹੜੇ ਵੀ ਮੁਲਕ ਦੇ ਕਾਨੂੰਨ ਬਹੁਤ ਜ਼ਿਆਦਾ ਸਖਤ ਹੁੰਦੇ ਨੇ, ਹੈ ਨਾ, ਜਿਵੇਂ ਇਸ ਜਰਮਨ ਮੁਲਕ ਦੇ ਕਾਨੂੰਨ ਨੇ ਕਿ ਉੱਥੇ ਜੇ ਤੁਸੀਂ ਉੱਥੋਂ ਦੇ ਕਿਸੇ ਬਸ਼ਿੰਦੇ ਨਾਲ ਵਿਆਹ ਕਰਾਉਂਦੇ ਹੋ ਫੇਰ ਹੀ ਪੱਕੇ ਹੁੰਦੇ ਹੋ, ਪਰ ਮੈਨੂੰ ਲੱਗਦਾ ਇਹਦਾ ਦੂਜਾ ਪਾਸਾ ਇਹ ਆ ਵੀ ਫਿਰ ਭੁਗਤਦੇ ਵੀ ਉਸੇ ਮੁਲਕ ਦੇ ਲੋਕ ਨੇ, ਹੈ ਨਾ। ਵੈਲਰੀ ਉਸੇ ਮੁਲਕ ਦੀ ਧੀ ਆ ਜਿਹਨੇ ਜਿਹੜੀ ਦੂਜੀ ਵਿਸ਼ਵ ਯੁੱਧ ਸੀਗਾ ਉਹਦੇ 'ਚ ਆਪਣੇ ਮਾਪਿਆਂ ਨੂੰ, ਆਪਣੇ ਪਰਿਵਾਰ ਨੂੰ ਗਵਾ ਲਿਆ ਸੀ, ਤੇ ਫਿਰ ਉਹ ਅਨਾਥ ਆਸ਼ਰਮ 'ਚ ਰਹਿੰਦੀ ਸੀ। ਤੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਬਚਪਨ ਦਾ ਇੱਕ ਟੁੱਟਿਆ ਹੋਇਆ ਬੱਚਾ, ਹੈ ਨਾ, ਫਿਰ ਜਦੋਂ ਜਵਾਨੀ 'ਚ ਆਉਂਦਾ ਉਹ ਆਪਣੇ ਲਈ ਕੋਈ ਨਾ ਕੋਈ ਆਸਰਾ ਭਾਲਦਾ, ਤੇ ਆਸਰਾ ਹੀ ਹੁੰਦਾ ਜਦੋਂ ਤੁਹਾਨੂੰ ਕਿਸੇ ਨੇ ਮੁਹੱਬਤ ਨਾਲ ਬੁਲਾ ਲਿਆ, ਤੁਹਾਨੂੰ ਲੱਗਦਾ ਹੁੰਦਾ ਕਿ ਇਹੀ ਸਭ ਕੁਝ ਮੇਰਾ ਹੈ ਨਾ। ਤਾਂ ਐਵੇਂ ਹੀ ਉਹ ਕੁੜੀ ਇਹੋ ਜਿਹੇ ਲੋਕਾਂ ਦੇ ਫਿਰ ਧੱਕੇ ਚੜ੍ਹਦੀ ਆ। ਤੇ ਇਹ ਕਾਨੂੰਨ ਮੈਨੂੰ ਲੱਗਦਾ ਫਿਰ ਕਿਹੋ ਜਿਹੇ ਕਾਨੂੰਨ ਨੇ ਜਿਹੜੇ ਕਿਸੇ ਬੰਦੇ ਦੀ ਪੂਰੀ ਜ਼ਿੰਦਗੀ ਨੂੰ ਖਾ ਗਏ, ਹੈ ਨਾ। ਤੇ ਇਸ ਕਹਾਣੀ ਨੂੰ ਜੇ ਤੁਸੀਂ ਪੜ੍ਹਨਾ ਚਾਹੁੰਦੇ ਆ ਤਾਂ ਤੁਸੀਂ ਜ਼ਰੂਰ ਪੜ੍ਹਿਓ ਗੁਲਜ਼ਾਰ ਸਿੰਘ ਸੰਧੂ ਹੁਣਾਂ ਦੀਆਂ ਕਿਤਾਬਾਂ। ਅਗਲੀ ਵਾਰ ਫਿਰ ਆਪਾਂ ਇੱਕ ਨਵੇਂ ਐਪੀਸੋਡ 'ਚ ਮਿਲਾਂਗੇ। ਸਤਿ ਸ਼੍ਰੀ ਅਕਾਲ।